उम्रे दराज मांग कर लाए थे 4 रोज़, 2 आरजू में कट गए 2 इंतज़ार में। ਅਸੀਂ ਜ਼ਿੰਦਗੀ ਦੇ ਪੈਂਡੇ ਨੂੰ ਹੰਡਾਉਂਦੇ ਹੋਏ ਇਹ ਅਕਸਰ ਤਵੱਕੋ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸਮਾਂ ਇਹੋ ਜਿਹਾ ਹੋਵੇ ਜਦੋਂ ਅਸੀਂ ਰਹੀਏ ਨਾ ਰਹੀਏ ਪਰ ਸਾਨੂੰ ਸਾਡੇ ਕੰਮ ਦੇ ਕਰਕੇ ਯਾਦ ਕੀਤਾ ਜਾਏ। ਇਸ ਕਰਕੇ ਅਸੀਂ ਬੇਇੰਤਹਾ ਮਿਹਨਤ ਕਰਦੇ ਹਾਂ, ਮਸ਼ੱਕਤ ਕਰਦੇ ਹਾਂ ਔਰ ਫਿਰ ਜੋ ਇਨਸਾਨ ਮਿਹਨਤ ਕਰਦਾ ਹੈ ਈਸ਼ਵਰ ਉਹਦੀ ਮਿਹਨਤ ਨੂੰ ਰੰਗ ਵੀ ਲਾਉਂਦਾ ਹੈ। ਸੋ ਅੱਜ ਇਹ ਗੱਲ ਮੈਂ ਤੁਹਾਡੇ ਨਾਲ ਇਸ ਕਰਕੇ ਕਰ ਰਿਹਾ ਕਿ ਸਾਡੇ ਕੋਲ ਇੱਕ ਇਹੋ ਜਿਹੀ ਮਾਇਰਾ ਸ਼ਖਸੀਅਤ ਮੌਜੂਦ ਹੈ ਜਿਨ੍ਹਾਂ ਨੇ ਰੰਗਮੰਚ ਦੇ ਖੇਤਰ ਦੇ ਵਿੱਚ, ਥੀਏਟਰ ਦੇ ਖੇਤਰ ਦੇ ਵਿੱਚ, ਕਲਾ ਦੇ ਖੇਤਰ ਦੇ ਵਿੱਚ ਆਪਣਾ ਬਹੁਮੁੱਲਾ ਯੋਗਦਾਨ ਦਿੱਤਾ ਹੈ। ਜੇ ਮੈਂ ਇਉਂ ਕਹਾਂ ਕਿ ਪੂਰੀ ਲਾਈਫ, ਪੂਰੀ ਜ਼ਿੰਦਗੀ ਹੀ ਦਿੱਤੀ ਹੈ ਤਾਂ ਸ਼ਾਇਦ ਗਲਤ ਨਹੀਂ ਹੋਏਗਾ। ਆਪ ਨੇ ਆਲ ਇੰਡੀਆ ਰੇਡੀਓ ਦੇ ਵਿੱਚ ਲਗਭਗ 1000 ਤੋਂ ਵੱਧ ਨਾਟਕਾਂ ਦੀ ਪ੍ਰੋਡਕਸ਼ਨ ਕੀਤੀ। ਉਹਨਾਂ 'ਚ ਪੰਜਾਬੀ ਵੀ, ਹਿੰਦੀ ਵੀ, ਸੰਸਕ੍ਰਿਤ ਵੀ ਨਾਟਕ ਰਹੇ ਨੇ। ਆਪ ਨੇ ਲਗਭਗ 50 ਦੇ ਕਰੀਬ ਲੜੀਵਾਰ ਟੈਲੀਵਿਜ਼ਨ ਦੇ ਸੀਰੀਅਲ ਜਿਹੜੇ ਨੇ ਉਹਨਾਂ ਨੂੰ ਵੀ ਆਪਣੀਆਂ ਸੇਵਾਵਾਂ ਦਿੱਤੀਆਂ ਔਰ ਇਹਦੇ ਨਾਲ ਨਾਲ ਲਗਭਗ 100 ਤੋਂ ਵੱਧ ਸਟੇਜ ਪਲੇ, ਜਿਹਨੂੰ ਅਸੀਂ ਨਾਟਕ ਕਹਿ ਲੈਂਦੇ ਹਾਂ, ਡਰਾਮਾ ਕਹਿ ਲੈਂਦੇ ਹਾਂ, ਉਹਦੇ ਵਿੱਚ ਵੀ ਇਹਨਾਂ ਨੇ ਆਪਣੀ ਭੂਮਿਕਾ ਨਿਭਾਈ। ਜਦੋਂ ਇੰਡੀਅਨ ਥੀਏਟਰ ਚੰਡੀਗੜ੍ਹ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਸ਼ੁਰੂ ਦੇ ਵਿੱਚ ਅਜੇ ਸ਼ੁਰੂ ਹੀ ਹੋਇਆ ਸੀ, ਉਸ ਸਮੇਂ ਦੇ ਪਹਿਲੇ ਮੋਹਰੀ ਕਤਾਰ ਦੇ ਵਿੱਚ ਰਹਿਣ ਵਾਲੇ ਸਟੂਡੈਂਟਸ ਦੇ ਵਿੱਚ ਵੀ ਆਪ ਦਾ ਨਾਮ ਸ਼ਾਮਿਲ ਕੀਤਾ ਜਾਂਦਾ ਹੈ ਔਰ ਇਸ ਦੇ ਨਾਲ 12 ਸਾਲ ਤੱਕ ਲਗਾਤਾਰ ਆਕਾਸ਼ਵਾਣੀ ਦੇ ਵਿੱਚ ਬਤੌਰ ਸਟੇਸ਼ਨ ਡਾਇਰੈਕਟਰ ਦੇ ਤੌਰ 'ਤੇ ਸੇਵਾਵਾਂ ਦੇ ਚੁੱਕੇ ਨੇ। ਮੇਰੀ ਮੁਰਾਦ ਆਪ ਸਭ ਸਮਝ ਹੀ ਗਏ ਹੋਗੇ। ਆਓ ਮਿਲਦੇ ਹਾਂ, ਅਸੀਂ ਸਵਾਗਤ ਕਰਦੇ ਹਾਂ ਵਿਨੋਦ ਧੀਰ ਜੀ ਦਾ। ਧੀਰ ਸਰ, ਬਹੁਤ ਬਹੁਤ ਸਵਾਗਤ। ਥੈਂਕ ਯੂ ਸਰ। ਮੀਡੀਆ, ਚਾਹੇ ਉਹ ਦੂਰਦਰਸ਼ਨ ਹੈ, ਚਾਹੇ ਉਹ ਆਕਾਸ਼ਵਾਣੀ ਹੈ, ਤੁਹਾਡਾ ਆਪਣਾ ਹੈ। ਤੁਸੀਂ ਇਸ ਨੂੰ ਸਾਡੇ ਸਾਰਿਆਂ ਤੋਂ ਬਿਹਤਰ ਜਾਣਦੇ ਹੋ। ਜੇ ਮੈਂ ਇਉਂ ਕਹਾਂ ਕਿ ਇਸ ਸਮੇਂ ਦੇ ਵਿੱਚ ਪੂਰਾ ਯੁੱਗ ਤੁਸੀਂ ਦੇਖਿਆ ਹੈ ਬ੍ਰੌਡਕਾਸਟਿੰਗ ਦਾ ਜਾਂ ਟੈਲੀਕਾਸਟਿੰਗ ਦਾ, ਤਾਂ ਸ਼ਾਇਦ ਗਲਤ ਨਹੀਂ ਹੋਏਗਾ। ਅੱਜ ਕੱਲ੍ਹ ਤੁਸੀਂ ਨਾਟਕਾਂ ਦੀ ਜੱਜਮੈਂਟ 'ਤੇ ਵੀ ਜਾਂਦੇ ਹੋ ਵੱਡੀਆਂ ਵੱਡੀਆਂ ਯੂਨੀਵਰਸਿਟੀਜ਼ ਦੇ ਵਿੱਚ। ਅਤੇ ਜੇ ਮੈਂ ਸ਼ੁਰੂਆਤ ਕਰਨਾ ਚਾਹਾਂ ਤਾਂ ਮੇਰੇ ਖਿਆਲ ਮੇਰੇ ਦਰਸ਼ਕ ਵੀ ਸਹਿਮਤ ਹੋਣਗੇ ਕਿ ਤੁਸੀਂ ਰੰਗਮੰਚ ਦੇ ਪ੍ਰਤੀ ਇੰਨੇ ਸਮਰਪਿਤ ਹੋ। ਆਕਾਸ਼ਵਾਣੀ 'ਚ ਵੀ ਤੁਸੀਂ ਜ਼ਿਆਦਾਤਰ ਰੰਗਮੰਚ ਔਰ ਥੀਏਟਰ ਔਰ ਡਰਾਮਾ ਹੀ ਕੀਤਾ ਜੀ। ਇਹ ਸਮਰਪਣ ਆਮ ਇਨਸਾਨ ਦੇ ਵਿੱਚ ਡਿਵੈਲਪ ਨਹੀਂ ਹੁੰਦਾ। ਤਾਂ ਤੁਹਾਨੂੰ ਇਹਦੀ ਚੇਟਕ, ਇਹਦੀ ਗੁੜਤੀ ਕਿੱਥੋਂ ਤੁਸੀਂ ਸਮਝਦੇ ਹੋ ਕਿ ਕਿੱਥੋਂ ਤੁਹਾਨੂੰ ਮਹਿਸੂਸ ਹੋਇਆ ਕਿ ਮੈਂ ਰੰਗਮੰਚ ਦੇ ਲਈ ਬਣਿਆ ਵਾਂ? ਬਹੁਤ ਘੱਟ ਇਹੋ ਜਿਹਾ ਹੁੰਦਾ ਹੈ ਕਿ ਇੱਕ ਇਨਸਾਨ ਦਾ ਪੈਸ਼ਨ ਹੀ ਉਹਦਾ ਪ੍ਰੋਫੈਸ਼ਨ ਬਣ ਜਾਏ। ਸੋ ਤੁਹਾਨੂੰ ਇਹ ਈਸ਼ਵਰ ਦੇ ਵੱਲੋਂ ਇਹ ਵੀ ਬਖਸ਼ ਹੈ। ਇਹਦੀ ਸ਼ੁਰੂਆਤ ਕਿੱਥੋਂ ਹੋਈ? ਇਹਦੀ ਸ਼ੁਰੂਆਤ ਅਸਲ ਵਿੱਚ ਅਸੀਂ ਜਾਣ ਕੇ ਨਹੀਂ ਕਰਦੇ। ਸਾਡੀ ਲਾਈਫ ਜੋ ਚੱਲਦੀ ਹੈ ਉਹਦੇ ਇਰਦ ਗਿਰਦ ਜੋ ਘਟਨਾ ਵਾਪਰਦੀਆਂ ਨੇ ਉਸ ਅੱਗੇ ਚੱਲਦੇ ਹਾਂ। ਸਾਨੂੰ ਕਿਸ ਤਰ੍ਹਾਂ ਸ਼ੁਰੂ ਹੋਈ ਉਦੋਂ ਪਤਾ ਲੱਗਦਾ ਜਦ ਪਹੁੰਚ ਜਾਈਏ ਕਿਸੇ ਮਰਹਲੇ 'ਤੇ, ਪਿੱਛੇ ਮੁੜ ਕੇ ਦੇਖੀਏ ਵੀ ਮੈਂ ਉਹ ਕੀਤਾ ਸੀ। ਕਰਨ ਇਹ ਨਹੀਂ ਸੋਚ ਕੇ ਨਹੀਂ ਕੀਤਾ ਸੀ, ਉਹਦੇ ਕਰਕੇ ਮੈਂ ਇੱਥੇ ਪਹੁੰਚਿਆ। ਇਸ ਤਰੀਕੇ ਨਾਲ ਬਚਪਨ 'ਚ ਕੋਈ ਸਕੂਲ ਦੇ ਵਿੱਚ ਕਿੱਦਾਂ ਡਰਾਮਾ ਕੀਤਾ ਅਤੇ ਹਲਕਾ ਜਿਹਾ ਲੱਗਾ ਵੀ ਹਲਕਾ ਸ਼ੌਕ ਹੈ, ਨਹੀਂ ਕੋਈ ਮੈਂ ਪ੍ਰੋਫੈਸ਼ਨ ਹੀ ਬਣਾਉਣਾ, ਕੋਈ ਐਸੀ ਗੱਲ ਨਹੀਂ ਸੀ। ਮੈਂ ਬੜੇ ਆਰਾਮ ਨਾਲ ਫਿਰ ਕਾਲਜ 'ਚ ਆਏ, ਉੱਥੇ ਯੂਥ ਫੈਸਟੀਵਲ ਦੇ ਵਿੱਚ ਥੋੜ੍ਹਾ ਲੱਗਾ ਵੀ ਜੇ ਮੈਂ ਪਹਿਲਾਂ ਵੀ ਕੀਤਾ ਅਤੇ ਕਰੀਏ, ਸ਼ੌਕ ਥੋੜ੍ਹਾ ਜਿਹਾ ਪੈ ਗਿਆ। ਉਹਦੇ ਕੁਛ ਡਰਾਮੇ ਕਰਨ ਤੋਂ ਬਾਅਦ ਮੈਨੂੰ ਲੱਗਾ ਵੀ ਮੇਰੀ ਮੰਜ਼ਿਲ ਇੱਧਰ ਹੀ ਹੈ। ਫਿਰ ਮੈਂ ਪੂਰੇ ਮਨ ਦੇ ਨਾਲ ਆਪਣੇ ਇਸ ਪ੍ਰੋਫੈਸ਼ਨ ਦੇ ਬਹੁਤ ਕੁਛ ਸਿੱਖਿਆ, ਲੋਕਾਂ ਕੋਲੋਂ ਸਿੱਖ ਕੇ ਇਹਦੀ ਆਪਣੇ ਆਪ ਨੂੰ, ਆਪਣੇ ਆਰਟ ਨੂੰ ਸਵਾਰਨ ਦੀ ਕੋਸ਼ਿਸ਼ ਕੀਤੀ। ਇਸ ਤਰ੍ਹਾਂ ਵੀ ਚੱਲਦੇ ਅੱਗੇ ਆਪਣੇ ਆਪ ਜੁੜਦੇ ਗਏ। ਮਤਲਬ ਕੋਈ ਸੋਚ ਕੇ ਕੋਈ ਅਸੀਂ ਕਰ ਹੀ ਨਹੀਂ ਸਕਦੇ। ਸਾਡੇ ਇਰਦ ਗਿਰਦ ਕਿਹੜੇ ਸਰਕਮਸਟੈਂਸਿਸ ਕੀ ਨੇ, ਸਾਡੇ ਓਪਰਚੁਨਿਟੀਜ਼ ਕਿਹੜੀਆਂ ਮਿਲੀਆਂ, ਉਸ ਹਿਸਾਬ ਨਾਲ ਚੱਲਦਾ। ਅਤੇ ਇਹਦੇ ਵਿੱਚ ਸੋਚ ਕੇ ਨਹੀਂ ਕੀਤਾ ਜਾਂਦਾ। ਲੇਕਿਨ ਇੱਕ ਵਾਰੀ ਤੁਸੀਂ ਲਾਈਨ ਪਕੜ ਲੈਂਦੇ ਹੋ ਫਿਰ ਤੁਹਾਡਾ ਫਰਜ਼ ਬਣਦਾ ਵੀ ਤੁਸੀਂ ਉਹਦੇ ਵਿੱਚ ਜਿੰਨਾ ਉਹਦੇ 'ਚ ਅੱਛੇ ਤੋਂ ਅੱਛਾ ਕਰ ਸਕਦੇ ਹੋ, ਰਿਫਾਈਨਮੈਂਟ ਜਿੰਨੀ ਲਿਆ ਸਕਦੇ ਹੋ, ਉਹ ਫਿਰ ਮੈਂ ਉਹ ਕਰਦਾ ਰਿਹਾ। ਇਹ ਨਹੀਂ ਵੀ ਮੈਂ ਸੋਚ ਲਿਆ ਮੈਂ ਡਰਾਮਾ ਕਰ ਲਿਆ ਤਾਂ ਮੈਂ ਬਣ ਗਿਆ। ਮੇਰੇ ਖਿਆਲ ਮੈਂ ਹਰ ਬੰਦੇ ਕੋਲੋਂ, ਇੱਕ ਨਾ ਕੋ ਐਕਟਰਸ ਕੋਲੋਂ, ਹੋਰ ਜਿਹੜੇ ਮੇਰੇ ਸੀਨੀਅਰ ਸੀ, ਬਹੁਤ ਜਿੱਦਾਂ ਪਾਗਲਾਂ ਦੀ ਤਰ੍ਹਾਂ ਸਿੱਖਿਆ ਉਹਨਾਂ ਕੋਲੋਂ। ਸਿੱਖਣ ਤੋਂ ਬਿਨਾਂ ਕੁਛ ਨਹੀਂ ਕਰ ਸਕਦੇ। ਅਕਸਰ ਇਹ ਅਸੀਂ ਕਹਿੰਦੇ ਹਾਂ ਕਿ ਜਿਹੜਾ ਪਹਿਲਾ ਪਿਆਰ ਹੁੰਦਾ ਨਾ ਉਹ ਹਮੇਸ਼ਾ ਯਾਦ ਰਹਿੰਦਾ ਹੈ। ਕਈ ਵਾਰੀ ਇਉਂ ਵੀ ਹੁੰਦਾ ਹੈ ਕਿ ਪਹਿਲਾ ਡਾਇਲੋਗ ਜਿਹੜਾ ਸਟੇਜ 'ਤੇ ਬੋਲਿਆ ਹੁੰਦਾ ਉਹ ਵੀ ਯਾਦ ਰਹਿੰਦਾ ਹੈ। ਪਹਿਲਾ ਨਾਟਕ ਤੁਹਾਨੂੰ ਯਾਦ ਰਹਿੰਦਾ ਹੈ, ਪਹਿਲਾ ਡਾਇਰੈਕਟਰ ਤੁਹਾਨੂੰ ਯਾਦ ਰਹਿੰਦਾ ਹੈ। ਤੁਹਾਨੂੰ ਇਹਨਾਂ ਸਾਰਿਆਂ ਦੇ ਵਿੱਚੋਂ ਉਹ ਪਹਿਲਾ ਜਿਹੜਾ ਹੈ ਉਹ ਕੀ ਸੀ? ਜੇ ਕੁਛ ਯਾਦ ਹੋਵੇ, ਜੇ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕਰ ਸਕੋ। ਮੇਰੀ ਪਰਸਨੈਲਿਟੀ ਅਜੀਬ ਜਿਹੀ ਹੈ। ਮੈਂ ਜਿਹੜਾ ਕੰਮ ਕਰਦਾ ਮੈਨੂੰ ਉਨੇ ਸ਼ੌਕ ਨਾਲ ਹਰ ਕਰਦਾ। ਠੀਕ ਹੈ, ਤੁਸੀਂ ਕਹਿੰਦੇ ਹੋ ਕੋਈ ਪਿਆਰੇ ਵੀ ਹੁੰਦੇ ਆ। ਮੈਂ ਮੇਰੇ ਕਾਲਜ ਦੇ ਵਿੱਚ ਜੋ ਪਲੇ ਕੀਤੇ ਅਤੇ
4 ਸਾਲ ਯੂਥ ਫੈਸਟੀਵਲ 'ਚ ਮੈਂ ਪਾਰਟੀਸਪੇਟ ਕੀਤਾ, ਜਿਸ 'ਚੋਂ ਇੱਕ ਵਾਰੀ ਮੈਂ ਦੁਆਬਾ ਕਾਲਜ ਵੱਲੋਂ ਕੀਤਾ ਸੀ, 2 ਵਾਰ DAV ਕਾਲਜ ਵੱਲੋਂ, ਇੱਕ ਵਾਰੀ ਈਵਨਿੰਗ ਕਾਲਜ ਵੱਲੋਂ। ਉਹਨਾਂ 'ਚ ਇੱਕ ਪਲੇ ਮੈਂ ਕੀਤਾ ਖਲੀਲ ਜਿਬਰਾਨ ਦੀ ਕਹਾਣੀ ਹੈ ਕਰਾਈ ਆਫ ਦ ਗ੍ਰੇਵਸ, ਉਸकी ਅਡੈਪਟੇਸ਼ਨ ਕੀਤੀ ਸੀ ਫਾਕਿਰ ਸਾਹਿਬ, ਸੁਦਰਸ਼ਨ ਫਾਕਿਰ ਬਹੁਤ ਵੱਡੇ ਸ਼ਾਇਰ ਹੋਏ ਨੇ, ਤਾਂ ਹੈ ਨਹੀਂ ਸਾਡੇ ਵਿੱਚ। ਉਹ ਮੈਂ ਪਲੇ ਕੀਤਾ, ਉਹ ਮੈਨੂੰ ਬਹੁਤ ਅੱਛਾ ਲੱਗਾ। ਉਹਦੇ 'ਚ ਮੈਨੂੰ ਅਚੀਵਮੈਂਟ ਵੀ ਬਹੁਤ ਹੋਈਆਂ। ਆਈ ਵਾਜ਼ ਡਿਕਲੇਅਰਡ ਬੈਸਟ ਐਕਟਰ ਇਨ ਯੂਥ ਫੈਸਟੀਵਲ, ਦੈਨ ਆਲ ਇੰਡੀਆ ਡਰਾਮਾ ਕੰਪੀਟੀਸ਼ਨ ਵਗੈਰਾ। ਅਤੇ ਉਹਦੇ 'ਚ ਰੋਲ ਕੀਤਾ ਸੀ ਸਾਈਂ ਖਲੀਲ ਦਾ ਇੱਕ ਰੋਲ ਸੀ, ਸਾਈਂ ਖਲੀਲ। ਉਹ ਮੈਨੂੰ ਬਹੁਤ, ਹਾਂ। ਔਰ ਫਿਰ ਮੈਨੂੰ ਵੀ ਥੋੜ੍ਹੀ ਜਿਹੀ ਬਹੁਤ ਪਿਓਰ ਹਿੰਦੀ ਤਾਂ ਅੱਛੀ ਚੀਜ਼ ਹੀ ਹੈ, ਵੈਸੀ ਗੱਲ ਨਹੀਂ, ਪਰ ਉਰਦੂ ਦੇ ਵਿੱਚ ਮਿਲਿਆ ਹੋਇਆ ਜ਼ਿਆਦਾ ਮਜ਼ਾ ਆਉਂਦਾ। ਉਹਦੇ 'ਚ ਤੁਹਾਨੂੰ ਬੋਲ ਕੇ ਮਜ਼ਾ ਵੀ ਆਉਂਦਾ ਔਰ ਡਰਾਮਾ ਨੈਚੁਰਲ ਲੱਗਦਾ। ਜਿਸ ਇਹ 'ਚ ਉਰਦੂ ਬਹੁਤ ਅੱਛਾ ਸੀ, ਅਤੇ ਮੈਂ ਉਹ ਕਾਫੀ ਮੈਨੂੰ ਪਸੰਦ ਹੈ। ਕੋਈ ਯਾਦ ਹੈ ਉਹਦਾ ਕੋਈ ਡਾਇਲੋਗ ਜਾਂ ਕਿਸੇ ਹੋਰ ਦਾ? ਜੇ ਕੁਛ ਆਈ ਟਰਾਈ, ਇੱਕ ਸਟਾਰਟ ਦੇ ਵਿੱਚ ਉਹ ਬੋਲਦਾ ਸਾਈਂ ਖਲੀਲ, ਜੰਗਲ ਦਾ ਸੀਨ ਹੈ, ਦਰਖਤ ਚਾਰ ਪਾਸੇ ਹੈਗੇ, ਅਤੇ ਉਹਦੇ ਵਿੱਚ 2 ਬੰਦੇ ਲੇਟੇ ਹੋਏ, ਅਜ਼ਾਨ ਦੀ ਆਵਾਜ਼ ਦੇ ਨਾਲ ਮੈਂ ਐਂਟਰ ਕਰਦਾ, ਮੇਰੀ ਚੋਲਾ ਜਿਹਾ ਪਾਇਆ, ਦਾੜੀ ਵਗੈਰਾ ਰੱਖੀ ਸੀ, ਅਤੇ ਕਰਕੇ ਅਤੇ ਉਹ ਐਂਟਰ ਕਰਦਾ ਅਤੇ ਦੇਖਦਾ 2 ਬੰਦੇ ਲੇਟੇ ਹੋਏ। ਉਹ ਕੁਛ ਜ਼ਿਆਦਾ ਹੋਇਆ, कहो खुदा के बंदो कौन हो तुम लोग, शाम ढले जंगल में क्यों सो गए, मुझ गरीब की झोंपड़ी पास ही है, वहीं चल के रात काटो। अरे भाई तुम बोलते क्यों नहीं। उनके करीब जाता चलते चलते, या खुदा 2 दिन परदेश में रहने के बाद ये मैं अपनी झोंपड़ी के करीब क्या देख रहा हूँ। इधर एक औरत की लाश और उधर एक बूढ़ा जिस्म रूह से खाली, और ना जाने किसकी बददुआ इसके हाथ लगे। खैर हो मेरी झोंपड़ी की और वहीद की, खैर हो मेरी झोंपड़ी की और वहीद की। उठता है, झोंपड़ी में दिया तो रोशन है, वहीद भी वहीं होगा। वहीदुर रहमान, ओ वहीदुर रहमान, ये फर्स्ट सीन था उसका। वाह वाह वाह। सो ये आज भी थोड़ा याद है? हाँ, क्योंकि जैसे आपने कहा कि आप ਤੁਹਾਡੇ ਦਿਲ ਦੇ ਨਜ਼ਦੀਕ ਜਿਹੜੀ ਚੀਜ਼ ਉਹ ਭੁੱਲਣੀ ਔਖੀ ਹੋ ਜਾਂਦੀ ਹੈ ਹਰ ਪਹਿਲੂ 'ਚ। ਤੁਸੀਂ ਬਹੁਤ ਸਾਰੇ ਡਾਇਰੈਕਟਰਸ ਨਾਲ ਕੰਮ ਵੀ ਕੀਤਾ ਔਰ ਉਸ ਤੋਂ ਬਾਅਦ ਖੁਦ ਵੀ ਡਾਇਰੈਕਸ਼ਨ ਕੀਤੀ ਜੀ। ਤੁਹਾਨੂੰ ਰਾਈਟਰਸ ਦੇ ਨਾਲ ਵੀ, ਜਿੱਦਾਂ ਕਿ ਤੁਸੀਂ ਗੱਲ ਕੀਤੀ ਸੁਦਰਸ਼ਨ ਫਾਕਿਰ ਜੀ ਦੇ ਨਾਲ ਵੀ ਤੁਸੀਂ ਬਹੁਤ ਸਾਰਾ ਕੰਮ ਕੀਤਾ ਹੈ, ਬੰਬਈ ਦੇ ਵਿੱਚ ਵੀ ਤੁਸੀਂ ਕੰਮ ਕੀਤਾ ਹੈ। ਇਸ ਸਾਰੇ ਕੰਮ ਨੂੰ ਕਰਦੇ ਹੋਏ ਤੁਹਾਨੂੰ ਤੁਹਾਡੇ ਚੰਗੇ ਤੁਹਾਨੂੰ ਲੱਗਦਾ ਹੋਵੇ ਕਿ ਹਾਂ ਯਾਰ ਮੈਨੂੰ ਇਹ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ? ਵੈਸੇ ਤਾਂ ਹਰ ਇਨਸਾਨ ਤੋਂ ਸਿੱਖਦੇ ਆ, ਪਰ ਕੋਈ ਖਾਸ ਲੱਗਦਾ ਹੈ ਕਿ ਯਾਰ ਹਾਂ ਮੈਂ ਇਹਦੇ ਤੋਂ ਬਹੁਤ ਕੁਝ ਸਿੱਖਿਆ, ਜਾਂ ਹੀ ਇਜ਼ ਮਾਈ ਮੈਂਟਰ, ਇਹ ਮੇਰਾ ਗੁਰੂ ਹੈ, ਇਹ ਮੇਰਾ ਇਸ਼ਟ ਹੈ, ਇੱਦਾਂ ਦਾ ਕਦੇ ਮਹਿਸੂਸ ਹੋਇਆ ਜਾਂ ਕੋਈ ਲੱਗਦਾ ਤੁਹਾਨੂੰ? ਕਿਉਂਕਿ ਤੁਸੀਂ ਗਾਰਗੀ ਹੋਣਾ ਦੇ ਮੇਰੇ ਖਿਆਲ ਪਹਿਲੇ ਉਹ ਬੈਚ ਦੇ ਵਿੱਚੋਂ ਹੀ ਸੀਗੇ। ਅਵਤਾਰ ਗਿੱਲ ਵੀ ਸ਼ਾਇਦ ਉਹਦੇ 'ਚ ਹੀ ਸੀਗੇ, ਵਰਿਆਮ ਮਸਤ ਵੀ ਸ਼ਾਇਦ ਉਸੇ ਸਮੇਂ ਦੇ ਵਿੱਚ। ਮੇਰੇ ਤੋਂ ਸੀਨੀਅਰ ਸੀ। ਅੱਛਾ, ਉਹ ਸੀਨੀਅਰ ਸੀ। ਹੈਗਾ ਉਹ ਆਪਣਾ 1 ਸਾਲ ਦਾ ਕੋਰਸ ਸੀ ਉਦੋਂ। ਠੀਕ ਹੈ ਜੀ। ਪੋਸਟ ਗ੍ਰੈਜੂਏਟ ਡਿਪਲੋਮਾ ਇਨ ਥੀਏਟਰ ਫਰੋਮ ਪੰਜਾਬ ਸਿਟੀ ਚੰਡੀਗੜ੍ਹ। ਅਤੇ ਉਹਦੇ ਵਿੱਚ ਮੈਂ ਗਾਰਗੀ ਸਾਹਿਬ ਨਹੀਂ, ਹੋਰ ਸਾਰੇ ਡਾਇਰੈਕਟਰ ਸੀਗੇ ਉਹਦੇ ਵਿੱਚ। ਗਾਰਗੀ ਸਾਹਿਬ ਤਾਂ ਉਸਨੂੰ ਪੜ੍ਹਾਉਂਦੇ ਸੀ ਉਹ ਵੀ, ਲੇਕਿਨ ਡਾਇਰੈਕਸ਼ਨ ਦੇ ਗੋਲਡ ਮੈਡਲਿਸਟ ਸੀ ਨੈਸ਼ਨਲ ਸਕੂਲ ਡਰਾਮਾ ਤੋਂ, ਮਿਸਟਰ ਕੁਮਾਰ ਵਰਮਾ। ਉਹਨਾਂ ਕੋਲ ਡਾਇਰੈਕਸ਼ਨ ਵਾਲੀ ਉਹਨਾਂ ਕੋਲ ਸਿੱਖਿਆ। ਅਤੇ ਐਕਟਿੰਗ ਵੈਸੇ ਮੈਂ ਸੋਚਦਾ ਵੀ ਸਿੱਖਣੀ ਤਾਂ ਹੈ, ਸਿੱਖਣੀ ਨਹੀਂ ਕਹਿ ਸਕਦੇ ਉਹਨੂੰ, ਰਿਫਾਈਨ ਕੀਤੀ ਜਾ ਸਕਦੀ। ਇਹ ਨੈਚੁਰਲ ਹੈ, ਜੇ ਕੋਈ ਐਕਟਿੰਗ ਹੈ ਜਾਂ ਸਿੰਗਿੰਗ ਹੈ, ਸਭ ਨੂੰ ਨੈਚੁਰਲ ਗੋਡ ਗਿਫਟ ਹੁੰਦਾ। ਉਹਨੂੰ ਤੁਸੀਂ ਰਿਫਾਈਨ ਕਰਕੇ ਤੁਸੀਂ ਕਿੱਥੇ ਪਹੁੰਚਦੇ ਹੋ ਫਿਰ ਹੈ। ਸਮ ਪੀਪਲ ਬਹੁਤ ਜਲਦੀ ਸੈਟਿਸਫਾਈ ਹੋ ਜਾਂਦੇ ਵੀ ਹਾਂ ਮੈਂ ਹੋ ਗਿਆ, ਉਹ ਯੂਥ ਫੈਸਟੀਵਲ ਮਿਲ ਗਿਆ। ਲੇਕਿਨ ਅਸੀਂ ਜਦੋਂ ਕੈਰੀਅਰ ਬਣਾ ਲਿਆ, ਫਿਰ ਮੈਨੂੰ ਇਹ ਸੀਗਾ ਵੀ ਨਹੀਂ, ਫਿਰ ਕੰਪੀਟੀਸ਼ਨ ਇਸ ਆਪ ਤੋਂ ਹੈ ਇਸ ਲਾਈਨ ਮੇਂ ਕੰਪੀਟੀਸ਼ਨ ਇੰਨਾ ਜ਼ਿਆਦਾ ਹੈ, ਇਹਦੇ ਵਿੱਚ ਤੁਸੀਂ लगातार सीखते रहोगे और कुछ करते रहोगे, तब अपने दिखाओगे, फिर ਤੁਹਾਡਾ ਨਾਂ ਹੁੰਦਾ। ਅਦਰਵਾਈਜ਼ ਉਹ ਵੀ ਥਾ ਡਰਾਮਾ ਕਰਤਾ, ਉਸਦਾ ਹੋ ਜਾਂਦਾ ਵਨ ਆਫ ਦੈਮ। ਅਤੇ ਉਹਦੇ ਲਈ ਫਿਰ ਮੈਂ ਪਾਗਲਾਂ ਦੀ ਤਰ੍ਹਾਂ ਸਿੱਖਿਆ ਕਹਿ ਸਕਦੇ। ਮੈਂ ਕਿਸੇ ਨੂੰ ਇਹ ਵੀ ਮੰਨਦਾ ਸੀ ਵੀ ਬੰਦਾ ਇਹ ਫੀਲ ਨਾ ਕਰੇ ਵੀ ਪੁੱਛ ਰਿਹਾ ਇਹਨਾਂ ਦਾ ਨਾਂ ਹੈ, ਫਿਰ ਵੀ ਮੇਰੇ ਕੋਲ ਪੁੱਛੀ ਜਾ ਰਿਹਾ। ਮੈਂ ਕੋਈ ਸ਼ਰਮ ਨਹੀਂ ਕਰੀ ਮਹਿਸੂਸ ਕੀਤੀ ਵੀ ਮੇਰੀ ਤੁਹਾਨੂੰ ਮੇਰੀ ਪੂਰੀ ਦੇਖੋ ਡਰਾਮਾ ਬੈਠ ਕੇ ਦੱਸੋ ਤਾਂ ਕਿੱਥੇ ਕਿੱਥੇ ਮੈਂ ਹੋਰ ਇੰਪਰੂਵ ਕਰ ਸਕਦਾ। ਇਸ ਤਰੀਕੇ ਨਾਲ ਬੰਦਾ ਸਿੱਖਦਾ ਹਰ ਚੀਜ਼, ਨਾਟ ਡਰਾਮਾ ਓਨਲੀ, ਐਨੀਥਿੰਗ। ਅਤੇ ਫਿਰ ਤੁਹਾਨੂੰ ਤੁਸੀਂ ਦੱਸਿਆ ਮੈਨੂੰ ਵੀ ਆਪ ਹੀ ਦੱਸਿਆ ਵੀ ਮੈਂ ਵਾਜ਼ ਲੱਕੀ, ਮੇਰੇ ਜੇ ਹੁਣ ਕੋਈ ਬੰਦਾ ਬੈਂਕ 'ਚ ਕੰਮ ਕਰਦਾ ਔਰ ਡਰਾਮਾ ਕਰਦਾ, ਉਹਦੀ ਅੱਧੀ ਐਨਰਜੀ ਉੱਧਰ ਲੱਗ ਜਾਂਦੀ ਹੈ ਪੂਰੀ। ਰੱਬ ਨੇ ਮੈਨੂੰ ਰੇਡੀਓ ਦੀ ਨੌਕਰੀ ਦੇ ਦਿੱਤੀ, ਮੇਰੀ ਦੋਨੋਂ ਸੇਮ ਹੋ ਗਿਆ। ਅਤੇ ਮੈਂ ਆਈ ਕੰਸੀਡਰ ਮਾਈਸੈਲਫ ਅ ਲੱਕੀ ਪਰਸਨ, ਮੈਨੂੰ ਉਹਦਾ ਨਹੀਂ ਕਰਨਾ ਪਿਆ। ਅਤੇ ਇਸ ਵਾਸਤੇ ਮੈਂ
कई बंदे जिन्होंने को सीखा जो बल्कि मैं तो जो को एक्टर्स को भी सीखा नवा बंदा को सीखा इस वास्ते ਕਿਹੜੇ ਤੁਹਾਡੇ ਕੋ ਐਕਟਰ ਰਹੇ ਜਾਂ ਕਿਹਨਾਂ ਦੇ ਨਾਲ ਤੁਸੀਂ ਜਿੱਦਾਂ ਤੁਸੀਂ ਸ਼ਾਇਦ ਗੱਲ ਕਰ ਰਹੇ ਮੇਰੇ ਕੋਲ ਪੰਜਾਬ ਦੇ ਸਾਰੇ ਜਿੰਨੇ ਬਿਕਾਜ਼ ਰੇਡੀਓ ਕਰਕੇ ਨਾ ਮੈਂ ਜੋ ਡਰਾਮਾ ਪ੍ਰੋਡਿਊਸਰ ਸੀ ਸਾਰੇ ਪੰਜਾਬ ਚੋਂ ਫਿਰੋਜ਼ਪੁਰ ਪਟਿਆਲਾ ਚੰਡੀਗੜ੍ਹ ਅੰਮ੍ਰਿਤਸਰ ਸਾਰੇ ਇਸ ਸਭ ਆਰਟਿਸਟਾਂ ਨੂੰ ਜਾਣਦਾ ਮੈਨੂੰ ਜਾਣਦੇ ਜਿਹੜੇ ਵੱਡੇ ਨਾਮ ਨੇ ਅਨੁਪਮ ਖੇਰ ਵਗੈਰਾ ਇਹ ਵੀ ਅਨੁਪਮ ਖੇਰ ਨਾਲ ਮੇਰੀ ਵੈਸੇ ਦੋਸਤੀ ਮੈਨੂੰ ਨਾਲ ਪਲੇ ਨਹੀਂ ਕੀਤਾ ਮੇਰੇ ਤੋਂ ਸੀਨੀਅਰ ਸੀ ਥੀਏਟਰ ਡਿਪਾਰਟਮੈਂਟ ਉਹ ਇੱਕ ਪਲੇ ਸੀ ਦੂਰਦਰਸ਼ਨ ਦਿੱਲੀ ਨੇ ਬਣਾਇਆ ਸੀ ਪੱਤਨ ਦੀ ਬੇੜੀ ਗਾਰਗੀ ਸਾਹਿਬ ਦਾ ਉਹਦੀ ਸ਼ੂਟਿੰਗ ਕੀਤੀ ਸੀ ਜਦੋਂ ਪੜ੍ਹਦੇ ਸੀ ਉਹ 'ਚ ਇਹ ਆਇਆ ਸੀ ਅਨੁਪਮ ਖੇਰ ਅਤੇ ਇਹ ਇੱਕ ਰੋਲ ਇਹਨੇ ਕੀਤਾ ਸੀ ਇੱਕ ਰਾਣੀ ਬਲਬੀਰ ਕੌਰ ਨੇ ਕੀਤਾ ਸੀ ਅਤੇ ਇੱਕ ਮੇਰਾ ਫਰੈਂਡ ਸੀ ਉਹਨਾਂ ਨੂੰ ਨਾਂ ਭੁੱਲ ਰਿਹਾ ਉਹ ਬਾਹਰ ਚਲਾ ਗਿਆ ਸੀ ਉਹਨੇ ਕੀਤਾ ਸੀ 3 ਰੋਲ ਸੀ ਵਿੱਚ ਉਦੋਂ ਡਿਊਰਿੰਗ ਦੈਟ 15 ਡੇਜ਼ ਇਹ ਆਪਣੇ ਅਨੁਪਮ ਖੇਰ ਮੇਰੇ ਨਾਲ ਰਿਹਾ ਅਸੀਂ 15 ਇਕੱਠੇ ਰਹੇ ਉਹਨਾਂ ਦਾ ਕਾਫੀ ਕਲੋਜ਼ ਵੀ ਆਇਆ ਮੇਰੇ ਪਹਿਲਾਂ ਤਾਂ ਮੈਂ ਜਾਣਦਾ ਵੀ ਨਹੀਂ ਸੀ ਹੁਣ ਬਰਾਦਰ ਮੈਂ ਇੱਕ ਵਾਰੀ ਮੈਂ ਬੰਬੇ ਗਿਆ ਅਤੇ ਸ਼ੂਟਿੰਗ ਚੱਲ ਰਹੀ ਸੀ ਨਾਕਾਬੰਦੀ ਫਿਲਮ ਦੀ ਉਹ ਸਭ ਦੇ ਵਿੱਚ ਉੱਠ ਕੇ ਆ ਗਿਆ ਕਹਿੰਦਾ ਕਿੱਦਾਂ ਸਟਰਗਲ ਕਰਨ ਆਇਆ ਮੈਂ ਨਹੀਂ ਮੈਂ ਤਾਂ ਘੁੰਮਣ ਆਇਆ ਮੈਂ ਫਿਲਮ ਐਕਟਰ ਨਹੀਂ ਬਣਨਾ ਹੈ ਹਾਂ ਇਹੀ ਇੱਕ ਆਉਂਦਾ ਹੈ ਕਿ ਅਕਸਰ ਸਾਡੇ ਜਿਹੜੇ ਨੌਜਵਾਨ ਨੇ ਉਹ ਥੀਏਟਰ ਨੂੰ ਰੰਗਮੰਚ ਨੂੰ ਫਿਲਮਾਂ ਜਾਂ ਟੈਲੀਵਿਜ਼ਨ ਦੇ ਵਿੱਚ ਕੰਮ ਹਾਸਿਲ ਕਰਨ ਦੀ ਇੱਕ ਪੌੜੀ ਵਾਂਗ ਇਸਤੇਮਾਲ ਕਰਦੇ ਨੇ ਜਾਂ ਮੰਨਦੇ ਨੇ ਕਿ ਹਾਂ ਅਸੀਂ ਇੱਥੋਂ ਇਹਦੇ 'ਚ ਆਸਾਨੀ ਨਾਲ ਜਾ ਸਕਦੇ ਹਾਂ ਤੁਸੀਂ ਤਾਂ ਰੰਗਮੰਚ ਦੇ ਇੱਕ ਦਿੱਗਜ ਰਹੇ ਹੋ ਇੱਕ ਥੰਮ ਹੋ ਇਸ ਵੇਲੇ ਜ਼ਰਾ ਨਵਾਜ਼ੀ ਤੁਹਾਡੀ ਕਦੇ ਮਹਿਸੂਸ ਨਹੀਂ ਹੋਇਆ ਕਿ ਮੈਂ ਵੀ ਫਿਲਮਾਂ ਦੇ ਵਿੱਚ ਜਾਵਾਂ ਜਾਂ ਫਿਲਮ ਕਰਾਂ ਚਾਹੇ ਉਹ ਪੰਜਾਬੀ ਹੈ ਜਾਂ ਹਿੰਦੀ ਹੈ ਮਾਸ਼ਾਅੱਲਾ ਤੁਹਾਡਾ ਤਲਫੁਜ਼ ਤੁਹਾਡੇ ਤੋਂ ਅਸੀਂ ਲੋਕ ਵੀ ਸਿੱਖਦੇ ਹਾਂ ਸਾਰੇ ਸਿੱਖਦੇ ਨੇ ਕਦੇ ਇੱਦਾਂ ਦੀ ਆਈ ਨਹੀਂ ਤਾਂ ਜਾਂ ਘਰਦਿਆਂ ਵੱਲੋਂ ਫੋਰਸ ਕੀਤਾ ਗਿਆ ਹੋਵੇ ਕਿ ਯਾਰ ਤੂੰ ਜਾ ਫਿਰ ਰਿਐਲਿਟੀ ਵੀ ਮੇਰੇ ਮੈਂ ਸਮਝ ਲੈਂਦਾ ਰਿਐਲਿਟੀ ਪਹਿਲੇ ਬਦਲ ਜਾਣਾ ਹੈ ਜੀ I was not that handsome मैं हीरो बना लेकिन आई कुड हैव गॉन कुछ छोटे रोल भी कर सकता सी मैं लेकिन जिंदगी च एक हादसा होया जिस बाद मैं थोड़ा जिहा मैं लाइन तो थिड़क गया मेरी अख का ऑपरेशन होया बहुत बड़ा लैफ्ट साइड तो ये मैनू याद है भी उस बाद मेरी वाइस साइड खत्म हो गई सी बहुत बड़ा ऑपरेशन अख खोल के पूरा उल्टा के किया गया उन्हें थोड़ा जिहा हल्का जिहा क्लोजअप लईए फर्क आ गया अख दे विच मैनू याद है भी एक प्ले इत्थे दूरदर्शन जलंधर होया सी 13 किश्तां ਦਾ ਸੁਰਿੰਦਰ ਸਾਹਨੀ ਨੇ ਬਣਾਇਆ ਸੀ ਸ਼ਾਮਲੀ ਉਹਦੇ 'ਚ ਇੱਕ ਯੰਗ ਐਸਪੀ ਦਾ ਰੋਲ ਸੀ ਉਹਨਾਂ ਨੇ ਮੈਨੂੰ ਦੇ ਦਿੱਤਾ ਫਸਟ ਕਿਸ਼ਤ ਤਿਆਰ ਹੋ ਗਈ ਅਸੀਂ ਦੇਖ ਰਹੇ ਮੈਂ ਕਿਹਾ ਸਾਨੀ ਸਾਹਿਬ ਇਸਮੇ ਜੋ ਮੇਰੀ ਅੱਖ ਹੈ ਉਹਦਾ ਪਤਾ ਲੱਗ ਰਿਹਾ ਇਸ ਕਲੋਜ਼ ਅਪ ਦੇ ਵਿੱਚ ਅੱਛਾ ਅਤੇ ਕਹਿੰਦੇ ਕੋਈ ਨਹੀਂ ਆਪਾਂ ਐਨਕ ਲਵਾ ਦਿੰਦੇ ਮੈਂ ਕਿਹਾ ਜੀ ਕਿਉਂ ਆਪਣਾ ਪਲੇ ਖਰਾਬ ਕਰਦੇ ਹੋ ਹੁਣ ਇੱਕ ਨਵਾਂ ਐਸਪੀ ਯੰਗ ਆਵੇ ਐਨਕ ਲੱਗੀ ਹੋਵੇ ਠੀਕ ਨਹੀਂ ਲੱਗੂਗਾ ਤਾਂ ਉਹਨਾਂ ਨੇ ਫਿਰ ਮੈਨੂੰ ਕਿ ਮੇਰੇ ਕਹਿਣ 'ਤੇ ਦੂਜਾ ਰੋਲ ਉਹ ਵੀ ਬਹੁਤ ਅੱਛਾ ਰੋਲ ਬਰਾਬਰ ਹੀ ਸੀ ਹੀਰੋ ਨੇ ਉਹ ਮੈਂ ਕੀਤਾ ਅੱਛਾ ਸੀ ਉਹਦਾ ਫਿਰ ਮੈਨੂੰ ਥੋੜ੍ਹਾ ਜਿਹਾ ਕੌਨਫੀਡੈਂਸ ਵੀ ਲੂਜ਼ ਕਰਦਾ ਬੰਦਾ ਹੁਣ ਮੈਂ ਕਲੋਜ਼ ਅਪ ਨੂੰ ਬੰਦਾ ਤਿਆਰ ਹੁੰਦਾ ਮੈਂ ਕਹਿੰਦਾ ਹੁਣ ਪਤਾ ਨਹੀਂ ਅੱਜ ਕਿਹੜੇ ਐਂਗਲ ਤੋਂ ਆ ਜਾਣੀ ਅੱਖ ਉਹਦਾ ਫਿਰ ਮੈਂ ਸੋਚਿਆ ਚਲੋ ਡਾਇਰੈਕਸ਼ਨ ਲਾਈਨ ਜਾਂਦੇ ਹਾਂ ਫਿਰ ਮੈਂ ਬੰਬੇ ਗਿਆ ਵੀ ਇਸ ਬਾਰੇ ਔਰ ਰਾਦਰ ਮੇਰੀ ਗੱਲ ਵੀ ਕਈ ਡਾਇਰੈਕਟਰਸ ਨਾਲ ਹੋਈ ਜਿਨ੍ਹਾਂ ਵਿੱਚੋਂ ਜਿਹਨੇ ਇੱਕ ਬਣਾਈ ਸੀ ਆਪਣੀ ਦੂਰੀਆਂ ਫਿਲਮ ਅੱਛਾ ਜੀ ਉਹ ਮੰਨ ਵੀ ਗਏ ਤੁਸੀਂ ਆ ਜਾਓ ਇੱਥੇ ਪਰ ਇੱਥੇ ਆਉਣਾ ਪਊਗਾ ਤੁਸੀਂ ਅਤੇ ਮੈਂ ਤੁਹਾਨੂੰ ਸਾਰਾ ਸਾਲ ਜਦੋਂ ਮੇਰੀ ਫਿਲਮ ਚੱਲੂਗੀ ਤਾਂ ਮੈਂ ਤੁਹਾਨੂੰ ਪੈਸੇ ਦੇ ਸਕਦਾ ਮੈਂ ਇੱਦਾਂ ਕਈ ਆਈਆਂ ਫਿਰ ਮੈਂ ਆਪਟ ਕੀਤਾ ਮੈਂ ਇਨ ਦਾ ਮੀਨ ਟਾਈਮ ਆਈ ਗੋਟ ਏ ਜੋਬ ਇਨ ਰੇਡੀਓ ਐਜ਼ ਅਨਾਊਂਸਰ ਫਿਰ ਆਈ ਡਿਸਾਈਡਡ ਟੂ ਕਮ ਬੈਕ ਟੂ ਪੰਜਾਬ ਐਂਡ ਡੂ ਦਿਸ ਰੇਡੀਓ ਜੋਬ ਐਂਡ ਆਲ ਦੈਟ ਤੁਸੀਂ ਜਿੱਦਾਂ ਕਿਹਾ ਕਿ ਮਾਇਆ ਨਗਰੀ ਮੁੰਬਈ ਦੇ ਵਿੱਚ ਗਏ ਜਿਹਨੂੰ ਸੁਪਨਿਆਂ ਦਾ ਸ਼ਹਿਰ ਕਿਹਾ ਜਾਂਦਾ ਹੈ ਔਰ ਸ਼ਾਇਦ ਉਸ ਸਮੇਂ ਦੇ ਉੱਤੇ ਤਾਂ ਕਾਮੇਡੀ ਜਾਂ ਤੁਸੀਂ ਟ੍ਰੈਜਡੀ ਕਿੰਗ ਆਪਣੇ ਦਿਲੀਪ ਸਾਹਿਬ ਵੀ ਸੀਗੇ ਦੇਖ ਵੀ ਨਹੀਂ ਸਕਿਆ ਉਹਨਾਂ ਨੂੰ ਮੇਰੇ ਕੋਲ ਮੈਂ ਕੰਮ 'ਚ ਜਾਂਦੀ ਜੋਬ ਜੁਆਇਨ ਕਰ ਲਈ ਅਤੇ ਕੋਈ ਟਾਈਮ ਹੀ ਨਹੀਂ ਮਿਲਿਆ ਮੈਂ ਉਹਨਾਂ ਨੂੰ ਦੇਖਦਾ ਪਰ ਫਿਰ ਵੀ ਮੈਨੂੰ ਲੱਗਦਾ ਹੈ ਕਿ ਕੋਈ ਤਾਂ ਡਾਇਲੋਗ ਉਹਨਾਂ ਦਾ ਹੋਏਗਾ ਜਿਹੜਾ ਤੁਹਾਨੂੰ ਅੱਜ ਵੀ ਦਿਲ ਦੇ ਕਰੀਬ ਹੋਏਗਾ ਉਹਨਾਂ ਦੀ ਹਰ ਚੀਜ਼ ਦਿਲ ਦੇ ਕਰੀਬ ਹੈ ਮੇਰੇ ਕਿਉਂਕਿ ਮੈਂ ਮਤਲਬ ਸੋਚਦਾ ਵੀ ਐਕਟਿੰਗ ਦੇ ਪੁਆਇੰਟ ਆਫ ਵਿਊ ਨਾਲ ਉਹਨਾਂ ਦਾ ਜਵਾਬ ਨਹੀਂ ਇਸ ਵੇਲੇ ਮੇਰੇ ਆਪਣੇ ਪਰਸਨਲ ਵਿਊ ਹੈ ਅਤੇ ਉਹਨਾਂ ਦੀ ਫਿਰ ਕਿਆ ਉਹਨਾਂ ਡਾਇਲੌਗ ਬੋਲ ਵੀ ਨਹੀਂ ਸਕਦਾ ਆਦਮੀ ਜੀ ਜਿਸ ਲੈਵਲ 'ਤੇ ਉਹ ਬੋਲਦੇ ਆ ਹਾਲੇ ਟਾਈਮ ਨੋ ਐਕਟਰ ਕੰਪੀਟ ਵਿਦ ਹਿਮ ਪਰ ਮੈਨੂੰ ਉਹਨਾਂ ਦਾ ਇੱਕ ਡਾਇਲੌਗ ਬਹੁਤ ਯਾਦ ਆਉਣਾ ਸੀ ਮੈਂ ਕਾਲਜ ਵੇਲੇ ਮੈਨੂੰ ਲੋਕ ਸਟੇਜ 'ਤੇ ਕਹਿੰਦੇ ਸੀ ਜਬ ਤੱਕ जजमेंट तैयार हो रही है तब तक हम विनोद खेड़ी जी के उनसे दिलीप करके डायलॉग सुनते हैं मैंने बुलाने में बोलता था एक डायलॉग जो याद रह गया पूरा वो है ना बहुत मशहूर डायलॉग उन्होंने फिल्म देवदास का देवदास फिल्म अच्छा उसके चंद्रमुखी when he starts drinking frustration ਦੇ ਵਿੱਚ ਦੇਵਦਾਸ ਤੇ ਉਹਦੇ ਕੋਠੇ ਤੇ ਜਾ ਕੇ ਡਰਿੰਕ ਕਰਦਾ ਤੇ she loves him from her heart ਉਹ ਨਹੀਂ ਚਾਹੁੰਦੀ ਇੱਦਾਂ ਕਰੇ तो he is drinking बहुत पूरी तरह आउट हो जाता है ਜਦੋਂ ਕੋਲ ਆਉਂਦੀ ਹੈ ਕਹਿੰਦੀ देवदास थोड़ी देर में हुआ है पीना शुरू किया है और मत पियो बर्दाश्त नहीं कर सकोगे फिर वो बजारा बोलता है कौन कमबख्त है जो बर्दाश्त
करने के लिए पीता है, मैं तो बस पीता हूँ कि सांस ले सकूं। यहाँ से उठकर जाने की ताकत नहीं रहती ना, तभी पड़ा रहता हूँ ऐसी जगह पर, देखता रहता हूँ तुम्हारे मुंह की तरफ, फिर भी बिल्कुल भी होश नहीं होता। होश से कह दो कभी होश ना आए। देवदास, यहाँ बहुत से लोग आते हैं जो कभी शराब को छूते तक नहीं, वो मुझसे भी बढ़कर पापी हैं। पहले तो मैं शराब पीना छोड़ूंगा नहीं, अगर छोड़ दिया तो फिर मैं यहाँ कभी नहीं आऊँगा। मेरा तो इलाज है, लेकिन उन लोगों का क्या होगा जो यहाँ आते भी हैं और कभी शराब को छूते तक नहीं। बहुत दुख हुआ था जब पीना शुरू किया था। आगे मैं थोड़ा भूल रहा हूँ, इतना ये डायलॉग था उनका, काफ़ी मशहूर डायलॉग है। और इसके जब वो ऐसे डायलॉग बोलते थे दिलीप कुमार साहब जी, वो मूड बनाते बहुत देर। हूँ मैं मूड बनाने का टाइम नहीं मिला, लेकिन मैं थोड़े मैनू टाइम मिलता हुए मैं काफ़ी अच्छा होर बोल सकता। उन्होंने काफ़ी नज़दीक, इट इज़ नॉट आजकल मिमिक होंगी ना, आई डिस्करेज इट। अच्छा, ਤੁਸੀਂ ਕਹੋ ਜੀ ਮਿमिक ਇਹ ਕਰੋ ਕਿਸੇ ਐਕਟਰ ਦੀ ਨਕਲ ਕਰਨੀ ਉਸ ਤੱਕ ਪਹੁੰਚਣ ਦੀ ਕੋਸ਼ਿਸ਼। ਮਿमिक ਦੇ ਵਿੱਚ ਵਹਾਂ ਦਲੀਪ ਕੁਮਾਰ ਜਲ ਕੱਢਣਗੇ, ਅਰੇ ਤੁਮ ਕਿਆ ਕਰਤੇ ਹੋ, ਐਵੇਂ ਕੱਢੀ ਜਾਣਗੇ ਫਜ਼ੂਲ ਜੀ। ਇਸ ਵਿੱਚ ਕਿਸੇ ਐਕਟਰ ਨੂੰ ਰਾਦਰ ਆਨਰ ਦੇਣੀ ਹੋਵੇ ਤਾਂ ਉਹਦਾ ਇਹੀ ਤਰੀਕਾ ਵੀ ਉਹਦੇ ਡਾਇਲੌਗ ਨੂੰ ਉਸ ਉਨੀ ਇੰਟੈਂਸਿਟੀ 'ਚ ਲਿਆ ਕੇ ਬੋਲਿਆ ਜਾਵੇ। ਤੁਸੀਂ ਯੂਥ ਫੈਸਟੀਵਲ ਦੇ ਵਿੱਚ ਅੱਜ ਕੱਲ੍ਹ ਜੱਜਮੈਂਟ 'ਤੇ ਵੀ ਜਾਂਦੇ ਹੋ। ਹਾਂਜੀ, ਇੱਕ ਦੌਰ ਤੁਸੀਂ ਆਪਣਾ ਪੂਰਾ ਜਦੋਂ ਜਾਹੋ ਜਲਾਲ ਸੀ ਔਰ ਜਿਸ ਸਮੇਂ ਗੋਲਡਨ ਈਰਾ ਆਪਾਂ ਕਹਿ ਲੈਂਦੇ ਹਾਂ ਦੂਰਦਰਸ਼ਨ ਔਰ ਆਕਾਸ਼ਵਾਣੀ ਦਾ, ਉਸ ਸਮੇਂ ਤੁਸੀਂ ਸਿਰਮੌਰ ਸੀ। ਅੱਜ ਜਦੋਂ ਤੁਸੀਂ ਨੌਜਵਾਨ ਪੀੜ੍ਹੀ ਨੂੰ ਦੇਖਦੇ ਹੋ ਰੰਗਮੰਚ ਦੇ ਉੱਤੇ ਜੋ ਉਹ ਕਰ ਰਹੇ ਨੇ, ਤਕਨੀਕ ਦੇ ਪੱਖੋਂ ਬਹੁਤ ਸਾਰੇ ਸੁਧਾਰ ਹੋ ਚੁੱਕੇ ਨੇ, ਲਾਈਟਾਂ ਡਿਜੀਟਲ ਹੋ ਚੁੱਕੀਆਂ ਨੇ, ਸਟੇਜ ਇਲੈਕਟ੍ਰੋਨਿਕ ਆ ਗਏ ਘੁੰਮਦੇ ਨੇ, ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਜਿਹੜਾ ਪੁਰਾਣਾ ਦੌਰ, ਉਹ ਤੁਸੀਂ ਟੇਪਾਂ ਦੇ ਉੱਤੇ ਕੰਮ ਕਰਦੇ ਸੀ ਵੀ ਉਹ ਇੱਕ ਵਾਰੀ ਦੋਨੋਂ ਬਟਨ ਦੱਬਣੇ ਕਿੱਦਾਂ, ਥੋੜ੍ਹਾ ਜਿਹਾ ਉਹਦੇ ਬਾਰੇ ਵੀ ਜ਼ਿਕਰ ਕਰੋ, ਉਹ ਦੌਰ ਤੇ ਅੱਜ ਦਾ ਦੌਰ। ਉਹਦੇ 'ਚ ਹੁੰਦਾ ਸੀ ਵੀ ਬਸ ਮੋਸਟਲੀ ਅਸੀਂ ਰਿਕਾਰਡ ਕਰਕੇ ਟੇਪ 'ਤੇ ਮਿਕਸਿੰਗ ਬਾਅਦ ਕਰਦੇ ਸੀ। ਕਈ ਵਾਰੀ ਸੋਚਦੇ ਸੀ ਆਰਡਰ ਹੀ ਪਲੇਅਰ ਕੁਝ ਬਾਹਰ ਕੋਈ ਫੈਸਟੀਵਲ 'ਤੇ ਭੇਜਣੇ ਨੇ ਅਤੇ ਨਾਲ ਹੀ ਮਿਊਜ਼ਿਕ ਦੇ ਦਈਏ। ਹੁਣ ਜਿਹੜੇ ਆਰਟਿਸਟ ਸੀ, ਬੜੇ ਮੰਝੇ ਹੁੰਦੇ ਸੀ ਆਰਟਿਸਟ ਰੇਡੀਓ ਦੇ ਉਸ ਵੇਲੇ ਜੀ, ਉਹਨਾਂ ਨੂੰ ਹੁੰਦਾ ਸੀ ਵੀ ਮੋਸਟਲੀ ਜਿਹੜਾ ਫਸਟ ਟੇਕ ਦੇ ਵਿੱਚ ਹੋ ਜਾਂਦਾ ਸੀ ਪੂਰਾ, ਕਿਉਂਕਿ ਜੇ ਫਰਜ਼ ਕਰੋ ਮੈਂ ਮਿਊਜ਼ਿਕ ਦੇ ਰਿਹਾ ਅਤੇ ਇੱਕ ਪਾਸੇ ਮੈਂ ਦੇਣਾ ਹੈਗਾ ਚਲੋ ਬਾਰਿਸ਼ ਦਾ ਇਫੈਕਟ, ਉਹਦੀ ਟੇਪ ਲਾਈ ਬਾਰਿਸ਼ ਦੀ, ਤੁਸੀਂ ਰਿਕਾਰਡ ਰੱਖਿਆ ਜਿਹਦੇ ਕੋਈ ਸੈਡ ਮਿਊਜ਼ਿਕ ਹੈ ਅਤੇ ਮੈਂ ਮੂੰਹ ਨਾ ਕਹੂੰਗਾ ਜੀ ਸਟਾਰਟ ਕਰੋ, ਉਹ ਮੁੰਡਾ ਬੋਲਣਾ ਸ਼ੁਰੂ ਕਰ ਦੇਣਗੇ ਅਤੇ ਮੈਂ ਇੱਧਰੋਂ ਬਾਰਿਸ਼ ਦਾ ਵੀ ਨਾਲ ਹੀ ਕਰ ਦੂੰਗਾ, ਫਿਰ ਨਾਲ ਹੌਲੀ ਹੌਲੀ ਉਹਦੇ 'ਚ ਇੱਕ ਗਲਤੀ ਹੋ ਗਈ, ਫਿਰ ਦੁਬਾਰਾ ਸਾਰਾ ਕਰਨਾ ਪੈਣਾ। ਅਤੇ ਫਿਰ ਉਹਦੇ ਵਿੱਚ ਉਹ ਜਿਹੜੇ ਐਕਟਰ ਸੀ ਉਹ ਕੌਨਸ਼ੀਅਸ ਸੀ ਇਸ ਗੱਲ ਦੇ, ਔਰ ਮੈਂ ਥੋੜ੍ਹੀ ਜਿਹੀ ਮੇਰੀ ਇੱਕ ਬੁਰੀ ਆਦਤ ਕਹਿ ਲਓ, ਮੈਨੂੰ ਗੁੱਸਾ ਬਹੁਤ ਜਲਦੀ ਆਉਂਦਾ, ਅਤੇ ਜੇ ਇੱਦਾਂ ਦੀ ਗਲਤੀ ਹੁੰਦੀ ਸੀ ਮੈਂ ਇੱਕ ਵਾਰੀ ਕਹਿ ਕੇ ਦੁਬਾਰਾ ਕਰਨਾ, ਤੀਜੀ ਵਾਰੀ ਫਿਰ ਮੈਂ ਪੈ ਜਾਂਦਾ ਸੀ। ਗਲਤ ਗੱਲ ਹੈ ਵੈਸੇ, ਵੈਰੀ ਬੈਡ। ਹਰ ਗੱਲ ਗਲਤ ਚੀਜ਼ਾਂ ਵੀ ਹੁੰਦੀਆਂ ਮੇਰੇ ਕਾਫੀ ਹੈ, ਲੇਕਿਨ ਉਹਦੇ ਵਿੱਚ ਐਕਟਰਸ ਜਿਹੜੇ ਸੀ ਇੰਨੇ ਕੌਨਸ਼ੀਅਸ ਰਹਿੰਦੇ ਸੀ, ਬਹੁਤ ਰੇਅਰ ਵਿੱਚ ਰੁਕਦੇ ਸੀ ਬਹੁਤ। ਹੁਣ ਜਦੋਂ ਤੁਹਾਡੀ ਆਈ ਹੈ ਨਾ ਆਹ ਰਿਕਾਰਡਿੰਗ ਕੰਪਿਊਟਰ, ਹਾਂ, ਇਹਦੇ ਵਿੱਚ ਤਾਂ ਮੈਂ ਉਹਨਾਂ ਨੂੰ ਜਦੋਂ ਸੋਚਿਆ ਹੁੰਦਾ ਵੀ ਮੈਂ 10 ਵਾਰੀ ਰੁਕਣਾ ਹੀ ਰੁਕਣਾ, ਉਹ ਫਿਰ ਬੜਾ ਖਿੱਚ ਜਾਂਦੀ। ਫਿਰ ਸਾਡੀ ਵਾਰੀ ਚੇਂਜਿਸ ਤਾਂ ਐਡਮਿਨਿਸਟ੍ਰੇਟਿਵ ਚੇਂਜ ਹੈ। ਜਦੋਂ ਮੇਰੇ ਵਾਰੀ ਇੱਕ ਲੋਕ ਆਰਟਿਸਟ ਅਸੀਂ ਇੱਕ ਦਿਨ ਪਹਿਲਾਂ ਸਾਦੇ ਸੀ, ਉਹ ਦੁਪਹਿਰ ਪਹੁੰਚ ਜਾਂਦੇ ਸੀ ਅਤੇ ਅਸੀਂ 2 ਵਜੇ ਪਹੁੰਚ ਜਾਂਦੇ, 2 ਤੋਂ 5 ਤੱਕ ਰੈਸਲ ਕਰਨੀ, ਫਿਰ ਉਹ ਘਰ ਜਾ ਕੇ ਕਿਤੇ ਵੀ ਰੁਕਦੇ ਹੋਣਗੇ, ਫਿਰ ਰਿਕਾਰਡਿੰਗ ਨੈਕਸਟ ਡੇ ਹੁੰਦੀ ਸੀ। ਅੱਜ ਕੱਲ੍ਹ ਆਉਂਦੇ ਇਹਨਾਂ ਨੇ ਕਰ ਦਿੱਤਾ ਵੀ ਜਿੱਦਣ ਆਓ ਉਦੋਂ ਹੀ ਰੈਸਲ, ਉਦੋਂ ਹੀ ਰਿਕਾਰਡਿੰਗ, ਉਹ 'ਚ ਕੁਆਲਿਟੀ ਥੋੜ੍ਹੀ ਖਰਾਬ ਹੁੰਦੀ ਹੈ। ਕਿੰਨੇ ਵੀ ਅੱਛੇ ਆਰਟਿਸਟ ਹੋਣਗੇ, ਹਰ ਅੱਛੇ ਆਰਟਿਸਟ ਨੂੰ ਜਿਹੜੀ ਰੈਸਲ ਦੀ ਜ਼ਰੂਰਤ ਹੁੰਦੀ ਹੈ। ਅਸੀਂ ਵੀ ਪਲੇਅ ਕਰਦੇ ਸੀ ਕਾਲਜਾਂ ਦੇ ਵਿੱਚ, ਤੁਸੀਂ ਮੰਨੋਗੇ ਨਹੀਂ, ਕਈ ਲੋਕਾਂ ਨੇ ਕਹਿਣਾ ਹੁੰਦਾ ਤਾਂ ਸਾਡੇ ਪਾਣੀ ਚਲੇ ਜਾਂਦਾ, ਮੈਂ ਯਾਰ ਦੁੱਧ ਲੈਣਾ ਜਾਂ ਕਰ ਉਹਨਾਂ ਨੇ ਚੱਲ ਜਾਣਾ। ਮੇਰਾ ਇੱਕ ਹੋਰ ਫਰੈਂਡ ਹੈ, ਦੋਨੇ ਇਕੱਲਿਆਂ ਨੇ ਸਾਰਾ ਪਾਗਲਾਂ ਦੀ ਤਰ੍ਹਾਂ, ਫਿਰ ਮੈਂ ਤੂੰ ਇੱਦਾਂ ਕਰ, ਤੂੰ ਬੈਟਰ ਇੱਦਾਂ ਕਰ, ਤੂੰ ਕਹਿੰਦਾ ਕਰਦਾ ਇੱਦਾਂ ਬੈਠ। ਉਹ ਪਾਗਲਪਨ ਨਹੀਂ ਹੈ ਮੇਰਾ ਖਿਆਲ ਅੱਜ ਕੱਲ੍ਹ ਦੇ ਜ਼ਮਾਨਾ 'ਚ। ਪਰ ਮੈਂ ਇਹ ਨਹੀਂ ਉਹਨਾਂ ਨੂੰ ਕ੍ਰਿਟਿਸਾਈਜ਼ ਨਹੀਂ ਕਰਦਾ, ਹੋ ਸਕਦਾ ਕਿ ਬਹੁਤ ਜ਼ਿਆਦਾ ਵੀ ਹੁੰਦਾ ਹੋਵੇ, ਪਰ ਜਨਰਲ ਤੌਰ 'ਤੇ ਮੈਨੂੰ ਲੱਗਦਾ ਦੇ ਆਰ ਨਾਟ ਦੈਟ ਸੈਂਸਿਟਿਵ, ਦੈਟ ਹਾਰਡ ਵਰਕਿੰਗ। ਤੁਸੀਂ ਸਾਡੇ ਵਰਗਿਆਂ ਨੂੰ, ਕਈ ਨੌਜਵਾਨ ਕਲਾਕਾਰਾਂ ਨੂੰ ਬਣਾਇਆ ਵੀ ਹੈ, ਉਹਨਾਂ ਨੂੰ ਬੋਲਣ ਦਾ ਔਰ ਬੋਲਾਂ ਦੀ ਅਦਾਇਗੀ ਦਾ ਤਰੀਕਾ ਵੀ ਦੱਸਿਆ ਹੈ, ਬਹੁਤ ਬਰੀਕੀ ਦੇ ਵਿੱਚ ਸਮਝ ਰੱਖਦੇ ਨੇ, ਔਰ ਇਹਦੇ ਨਾਲ ਨਾਲ ਤੁਸੀਂ ਸ਼ਾਇਰੀ ਨੂੰ ਵੀ ਬੜੀ ਖੂਬਸੂਰਤੀ ਦੇ ਨਾਲ ਅਦਾਇਗੀ ਰੱਖਦੇ ਹੋ। ਤੁਹਾਨੂੰ ਬਾਕਾਇਦਾ ਬਹੁਤ ਸਾਰੇ ਮੰਚਾਂ ਦੇ ਉੱਤੇ ਕਿਹਾ ਵੀ ਜਾਂਦਾ ਹੈ ਕਿ ਤੁਸੀਂ ਕੁਝ ਸ਼ਾਇਰੀ ਦੇ ਵਿੱਚ ਸੁਣਾ ਦਿਓ, ਅਤੇ ਮੈਂ ਵੀ ਤੁਹਾਨੂੰ ਦਰਖਾਸਤ ਕਰਾਂਗਾ ਕਿ ਇਸ ਫਨ ਨੂੰ ਵੀ ਸਾਡੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝਾ ਕਰੋ। ਤੁਹਾਡੇ ਦਿਲ ਦੇ ਕਰੀਬ ਜਿਹੜੀ ਵੀ ਸ਼ਾਇਰੀ ਹੈ
ਉਹ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ। ਮੇਰਾ ਇੱਕ ਬਹੁਤ ਅੱਛਾ ਗੁਣ ਹੈ, ਇਹ ਹੈ ਮੈਂ ਬਿਲਕੁਲ ਨਹੀਂ ਗਾ ਸਕਦਾ, ਇੱਕ ਸਿੰਗਲ ਲਾਈਨ ਨਹੀਂ ਗਾ ਸਕਦਾ। ਤੁਸੀਂ ਮੈਨੂੰ ਮੇਰੇ ਨਾਲ ਕਰੋ, ਮੈਨੂੰ 100 ਵਾਰੀ ਕਰਵਾ ਲਓ, ਦੁਬਾਰਾ ਗਾਏ ਇੱਕ ਲਾਈਨ ਦੱਸ ਵੀ ਨਹੀਂ ਸਕਦਾ। ਮੇਰੀ ਸਿਸਟਰ ਨੂੰ ਗਾ ਸੀ, ਉਹ ਹੁਣ ਰਹੀ ਨਹੀਂ, ਉਹਨਾਂ ਨੂੰ ਸ਼ੌਕ ਸੀ ਗਾਣੇ ਦਾ, ਅਤੇ ਮੈਂ ਕਿਹਾ ਫਿਲਮ ਆਈ ਸੀ ਸੰਗਮ, ਅੱਛਾ, ਉਹਦੇ ਵਿੱਚ ਗਾਣਾ ਸੀ ਮੇਰਾ ਪ੍ਰੇਮ ਪੱਤਰ ਪੜ੍ਹ ਕਰ ਜੋ ਵੀ ਸੀ। ਮੈਂ ਕਿਹਾ ਬਹੁਤ ਅੱਛਾ ਗਾਣਾ, ਉਹਨੂੰ ਸ਼ੌਕ ਸੀ, ਦੱਸਿਆ। ਮੈਂ ਕਿਹਾ ਕਹਿੰਦੀ ਥੋੜ੍ਹਾ ਗਾ ਕੇ ਤਾਂ ਸੁਣਾ। ਮੈਂ ਕਿਹਾ ਮੈਨੂੰ ਆਉਂਦਾ ਹੀ ਨਹੀਂ ਬਿਲਕੁਲ। ਉਸ ਤਰੀਕੇ ਨਾਲ ਸ਼ਾਇਰੀ ਮੈਨੂੰ, ਮੈਂ ਖੁਦ ਸ਼ਾਇਰ ਨਹੀਂ, ਲੇਕਿਨ ਮੈਨੂੰ ਸ਼ਾਇਰ ਨਵਾਜ਼ ਜ਼ਰੂਰ ਮੈਂ, ਮੈਨੂੰ ਸ਼ਾਇਰ ਅੱਛੇ ਬਹੁਤ ਲੱਗਦੇ ਆ, ਉਹਨਾਂ ਮੈਨੂੰ ਸ਼ਾਇਰੀ ਦਾ ਸ਼ੌਕ, ਮੈਂ ਆਪ ਯਾਦ ਕਰਨ ਦਾ ਵੀ ਸ਼ੌਕ ਹੈ। ਫਾਕਿਰ ਸਾਹਿਬ ਨਾਲ ਰਹਿ ਕੇ ਮੈਂ ਇਹਦੀ ਬਰੀਕੀਆਂ ਵੀ ਸਿੱਖੀਆਂ ਸ਼ਾਇਰੀ ਦੀਆਂ, ਕਿਉਂਕਿ ਉਰਦੂ ਸ਼ਾਇਰੀ ਲੈਂਗੁਏਜ ਲਿਖਦੇ ਆ, ਹਿੰਦੀ 'ਚ ਲਿਖਦੇ ਆ, ਪੰਜਾਬੀ ਲਿਖਦੇ ਆ, ਕੁਛ ਲੋਕ ਇਹਦੇ 'ਚ ਵੀ ਲਿਖਦੇ ਆ, ਲੇਕਿਨ ਇਹਦੇ 'ਚ ਇਹਦੀ ਖੂਬਸੂਰਤੀ ਖਾਸ ਹੈ। ਹੁਣ ਦੇਖੋ ਸਾਹਿਰ ਦੀ ਇੱਕ ਜਿਹੜੀ ਨਜ਼ਮ ਹੈ ਤਾਜ ਮਹਿਲ, ਉਹ ਬਲੈਂਕ ਵਰਸ 'ਚ ਹੈ, ਲੇਕਿਨ ਜਵਾਬ ਨਹੀਂ ਉਸ ਨਜ਼ਮ ਦਾ, ਮਤਲਬ ਉਹ ਜੀ ਉਹਦੀ ਵਨ ਆਫ ਦਾ ਬੈਸਟ। ਸਾਡੇ ਦਰਸ਼ਕ ਇੰਤਜ਼ਾਰ ਕਰ ਰਹੇ ਨੇ ਕਿ ਕੁਝ ਕਹੋਗੇ ਤੁਸੀਂ, ਕੁਝ ਸੁਣਾਓਗੇ। ਇੱਕ ਸ਼ੇਰ, ਵੈਸੇ ਕਈ ਸ਼ੇਰ ਐਸੇ ਵੀ ਸੁਣਾਇਆ ਜਾਵੇ ਨਾ, ਜਿੱਦਾਂ ਕਈ ਵਾਰੀ ਜੋਕ ਸੁਣਾਉਂਦਾ ਆਦਮੀ, ਹੱਸਦਾ ਹੀ ਕੋਈ ਨਹੀਂ। ਇੱਕ ਸ਼ੇਰ ਇੰਨਾ ਅੱਛਾ ਹੈ, ਜਿਵੇਂ ਜਿੰਨੀ ਵਾਰੀ ਸੁਣਾਉਣਾ ਹੈ ਉਹ ਉਹਨੂੰ ਕਹਿੰਦੇ ਇਹ ਸ਼ੇਰ ਹੋਇਆ, ਪਹਿਲਾਂ ਤਾਂ ਉਹ ਸੁਣਾਊਗਾ, ਫਿਰ ਤੁਹਾਨੂੰ ਜਿਹੜਾ ਸ਼ੇਰ ਤੁਹਾਨੂੰ ਚੰਗਾ ਲੱਗਦਾ ਉਹ ਸੁਣਾ ਦਊਗਾ। ਉਹ ਸ਼ੇਰ ਜਿਹੜਾ ਹੈਗਾ, ਹਰੀਚੰਦ ਅਖਤਰ ਇੱਕ ਸ਼ਾਇਰ ਹੁੰਦੇ ਸੀ, ਉਹ ਛਪੇ ਘੱਟ ਹੈ ਲੇਕਿਨ ਬਹੁਤ ਅੱਛੇ ਸ਼ਾਇਰ ਸੀ। ਉਹਨਾਂ ਦਾ ਇੱਕ ਸ਼ੇਰ ਹੈ, मेरे पास से वो गुज़रे और मेरा हाल तक न पूछा, मेरे पास से वो गुज़रे मेरा हाल तक न पूछा, मैं कैसे मान लूँ वो दूर जाके रोए। यानी शेर तुसी महसूस करो भी ਇਹਦਾ ਦਰਦ ਬਹੁਤ ਅਜੀਬ ਕਿਸਮ ਦਾ ਦਰਦ ਹੈ, ਲੇਕਿਨ ਲੋਕ ਕਹਿੰਦੇ ਸ਼ੇਰ ਹੈ। ਅੱਛਾ ਚਲੋ ਇੱਕ ਜਿਹੜੀ ਸ਼ੇਰ ਕਹਿੰਦੇ ਮੈਂ ਸੁਣਾ ਦਿੰਦਾ, ਉਹ ਵੀ ਮੈਨੂੰ ਵੀ ਅੱਛਾ ਲੱਗਦਾ। ਅਦਮ ਦਾ ਸ਼ੇਰ ਹੈ, ਅਦਮ ਬਹੁਤ ਅੱਛਾ ਪਾਕਿਸਤਾਨੀ ਸ਼ਾਇਰ ਸੀ। किसने पाई है भला ज़ीस की तलखी से निजात, किसने पाई है भला ज़ीस की तलखी से निजात, चारों नाचार ये जहराब सभी पीते हैं, जा निसारी के फरेबिंद अफसानों पे न जा, कौन मरता है मोहब्बत में सभी जीते हैं। ਅੱਛਾ, ਹੁਣ ਆਈਏ ਵੀ ਤੁਹਾਡੇ ਅੰਦਰ ਇੱਕ ਕਲਾਕਾਰ ਸੀ ਜਾਂ ਹੈ ਹੀ ਹੈ, ਉਸ ਕਲਾਕਾਰ ਨੇ ਨਾਟਕ ਕੀਤੇ, ਨਾਟਕ ਤੋਂ ਬਾਅਦ ਤੁਸੀਂ ਆ ਗਏ ਐਡਮਿਨਿਸਟ੍ਰੇਸ਼ਨ ਦੇ ਵਿੱਚ, ਜਿਹੜਾ ਕਿ ਇੱਕ ਬਿਲਕੁਲ ਅਲੱਗ ਤਰੀਕੇ ਦਾ ਰੋਲ ਹੈ। ਉਹ ਵੀ ਮੈਂ ਕਹਿੰਦਾ ਰੋਲ ਹੀ ਹੈ ਵੀ ਤੁਹਾਡੇ ਕੋਲ ਪਹਿਲੇ ਉਹ ਰੋਲ ਸੀ, ਉਸ ਤੋਂ ਬਾਅਦ ਤੁਸੀਂ ਸਟੇਸ਼ਨ ਡਾਇਰੈਕਟਰ ਬਣ ਗਏ, ਤੁਸੀਂ ਪੂਰੇ ਦੇ ਪੂਰੇ ਸਟੇਸ਼ਨ ਨੂੰ ਮੈਨੇਜ ਵੀ ਕਰਨਾ, ਦੇਖਣਾ ਵੀ ਹੈ। ਹੁਣ ਇਹ ਜਿਹੜਾ ਰੋਲ ਹੈ, ਇਹ ਜ਼ਾਤੀ ਲਾਈਫ ਦੇ ਵਿੱਚ, ਜ਼ਾਤੀ ਜ਼ਿੰਦਗੀ ਦੇ ਵਿੱਚ ਤੁਹਾਡੇ ਵਾਸਤੇ ਚੈਲੰਜਿੰਗ ਸੀ, ਜਾਂ ਇਹਨੂੰ ਵੀ ਤੁਸੀਂ ਇੰਜੋਏ ਕੀਤਾ, ਜਾਂ ਇਹਦੇ 'ਚ ਵੀ ਨਾਟਕ ਹੀ ਹੋਏ? ਨਹੀਂ, ਇੰਜੋਏ ਕੀਤਾ ਕਿ ਬਿਕਾਜ਼ ਨਾਟਕ ਕਰਕੇ ਨਾ ਮੈਨੂੰ ਆਦਤ ਪੈ ਗਈ ਸੀ ਡਿਫਰੈਂਟ ਰੋਲਸ ਕਰਨ ਦੀ। ਮੈਂ ਸੋਚਿਆ ਇਸ ਵੇਲੇ ਬੌਸ ਦਾ ਰੋਲ ਕਰ ਲਾਂ ਮੈਂ। ਅੱਛਾ, ਉਹਦੇ ਵਿੱਚ ਫਿਰ ਸੈਕੰਡਲੀ ਮੈਨੂੰ ਥੋੜ੍ਹਾ ਜਿਹਾ ਸੌਫਟ, ਮੇਰਾ ਸੌਫਟ ਕਾਰਨਰ ਵੀ ਹੈ ਲੋਕਾਂ ਲਈ ਇਸ ਵੇਲੇ ਦਾ, ਅਤੇ ਮੈਂ ਇਸ ਤਰ੍ਹਾਂ ਕੀਤਾ ਵੀ ਐਡਮਿਨਿਸਟ੍ਰੇਸ਼ਨ ਖਰਾਬ ਨਾ ਹੋਵੇ, ਐਡਮਿਨਿਸਟ੍ਰੇਸ਼ਨ ਠੀਕ ਚੱਲੇ, ਰੇਡੀਓ ਠੀਕ ਚੱਲੇ, ਪਰ ਕਿਸੇ ਦੀ ਜ਼ਾਤੀ ਨਾ ਕੀਤੀ ਜਾਵੇ। ਮੈਂ ਉਹ ਜਿਹੜੇ ਦੌਰ 'ਚ ਆ ਜਾਂਦਾ, ਮੈਂ ਅਫਸਰ ਹੂੰ ਔਰ ਰੋਕ ਪਾਉਣ ਵਾਲਾ ਖਤਮ। ਮੈਨੂੰ ਜਦੋਂ ਮੈਂ ਆਇਆ ਤਾਂ ਜਿੱਥੇ ਉਹਨੇ ਇੰਪਲਾਈਜ਼ ਕਹਿੰਦੇ ਸੀ, ਕਹਿੰਦੇ ਰਾਮ ਰਾਜ ਖਤਮ ਹੋ ਗਿਆ। ਉਹਨਾਂ ਨੂੰ ਦੁਖੀ ਕੋਈ ਨਹੀਂ ਕੀਤਾ, ਲੇਕਿਨ ਇਹ ਹੈ ਵੀ ਇਹ ਵੀ ਨਹੀਂ ਉੱਥੇ ਚੱਲ ਰਿਹਾ ਵੀ ਮਤਲਬ ਜਿਹੜਾ ਆ ਰਿਹਾ ਅੱਜ ਵੀ ਉਹਦੇ 'ਚ ਵੀ ਡਰਾਮੇ ਨਹੀਂ ਅਸਰ ਕੀਤਾ ਜੀ। ਮਤਲਬ ਮੈਨੂੰ ਕੋਈ ਉਹਦਾ ਸ਼ੌਕ ਵੀ ਨਹੀਂ ਸੀ ਅਫਸਰ ਬਣਨ ਦਾ। ਮੈਂ ਤਾਂ ਇਸ ਮੈਨੂੰ ਜਦੋਂ ਪੁੱਛਿਆ ਸਾਡਾ ਆਪਸ਼ਨ ਪੁੱਛੀ ਗਈ ਸੀ, ਜਦੋਂ ਤੁਸੀਂ ਇੱਕ ਪ੍ਰੋਡਕਸ਼ਨ ਕਾਲ ਸੀ ਐਡਮਿਨਿਸਟ੍ਰੇਸ਼ਨ, ਮੈਂ ਪ੍ਰੋਡਕਸ਼ਨ ਰੱਖੀ ਸੀ, ਮੇਰਾ ਸਟੇਸ਼ਨ ਡਾਇਰੈਕਟਰ ਪ੍ਰੋਡਕਸ਼ਨ। ਬਾਅਦ 'ਚ ਉਹਨਾਂ ਨੇ ਚੱਲੀ ਨਹੀਂ ਸੀਗਮ, ਉਹ ਜਿੱਦਾਂ ਦੂਰਦਰਸ਼ਨ ਵਿੱਚ ਕੋਈ ਬੰਦਾ ASD ਬਣ ਜਾਂਦਾ, ਜੇ ਪ੍ਰੋਡਕਸ਼ਨ 'ਚ ਹੈ ਉਹ ਐਡਮਿਨਿਸਟ੍ਰੇਸ਼ਨ ਨਹੀਂ ਕਰੂਗਾ, ਉਹ ਡਰਾਮਾ ਹੀ ਬਣਾਊਗਾ, ਫਿਰ ਪ੍ਰੋਡਕਸ਼ਨ ਹੀ ਕਰੂਗਾ। ਠੀਕ ਹੈ, ਉਸ ਕਰਕੇ ਕੀਤੀ ਸੀ, ਲੇਕਿਨ ਉਹ ਚੱਲੀ ਨਹੀਂ, ਇਹਨਾਂ ਦੀ ਸਕੀਮ ਫਿਰ ਇਹਨਾਂ ਨੇ ਬੰਦ ਕਰ ਦਿੱਤੀ ਸੀ। ਉਹ ਤਾਂ ਠੀਕ ਪਾਰਟ ਆਫ ਲਾਈਫ ਸੀ, ਜਿਹੜਾ ਤੁਹਾਨੂੰ ਕੁਛ ਕਿਸਮਤ ਕਹਿੰਦੀ ਤੁਹਾਨੂੰ ਆਹੀ ਮਿਲਣਾ, ਇੱਥੇ ਜਾਓ, ਇਹ ਕਰੋ, ਤਾਂ ਉਹਦਾ ਕਰਨਾ ਪੈਂਦਾ। ਫਿਰ ਉਸ ਵੇਲੇ ਬੰਦਾ ਜਿੰਨੀ ਕੋਈ ਐਬਿਲਿਟੀਜ਼ ਹੈ ਉਹ ਸਾਰਾ ਕੰਮ ਕਰ ਸਕਦਾ, ਹੋਰ ਕੋਈ ਬਹੁਤਾ ਜਿਹਾ ਕੌਨਸ਼ੀਅਸ ਹੁੰਦਾ ਹੀ ਨਹੀਂ ਆਦਮੀ, ਕਿ ਨਾ ਲਾਈਫ ਇਜ਼ ਸੋ ਵਾਸਟ ਔਰ ਦੁਨੀਆ ਦੀ ਵੱਡੀ ਹੈ। ਤੁਸੀਂ ਜੋ ਉਸ ਵੇਲੇ ਦੇਖਦੇ ਹੋ ਕਿਹੜਾ ਬੈਸਟ ਹੈ, ਕਰ ਲੈਂਦੇ ਡਿਸੀਜਨ ਪ੍ਰੀ ਨਿਊ ਕੀਤੇ ਹੁੰਦੇ ਹਨ, ਉਸ ਵੇਲੇ ਕੀਤੇ। ਜਿਵੇਂ ਤੁਸੀਂ ਨਾਟਕ ਦੇ ਵਿੱਚ ਮਿਊਜ਼ਿਕ ਸੰਗੀਤ ਦਿੰਦੇ ਹੋ, ਸਾਡੇ ਵੀ ਇਸ ਪ੍ਰੋਗਰਾਮ ਦਾ ਨਾਮ ਹੈ ਗੱਲਾਂ ਤੇ ਗੀਤ, ਤੇ ਆਪਾਂ ਗੱਲਾਂ ਕਾਫੀ ਕਰ ਲਈਆਂ, ਹੁਣ ਜੇ ਗੀਤ ਵੀ ਹੋ ਜਾਵੇ ਤਾਂ ਮੈਂ ਸੋਚਿਆ ਵੀ ਕੋਈ ਜ਼ਿਆਦਾ ਹੀ ਟਾਈਮ ਦੇ ਜਾ ਰਿਹਾ। ਸੋ ਆਓ ਫਿਰ ਇੱਕ ਗੀਤ ਦੇਖਦੇ ਹਾਂ ਜੀ, ਉਸ ਤੋਂ ਬਾਅਦ ਫਿਰ ਪਰਤਾਂਗੇ ਇਸੇ ਪ੍ਰੋਗਰਾਮ 'ਚ। ਥੈਂਕ ਯੂ।
ਭਰੇ ਨੇ ਪਿਆਰ ਨਾਲ ਭਰੇ ਨੇ ਪੰਜਾਬੀਆਂ ਦੇ ਦਿਲ 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 ਕਿਤੇ ਨਹੀਂ ਪੰਜਾਬ ਜੇ ਨਜ਼ਾਰੇ ਲੱਭਦੇ ਇੱਥੇ ਨੇ ਨਵਾਬਾਂ ਵਾਂਗੂ ਡੋਰ ਸਭ ਦੇ ਕਿਤੇ ਨਹੀਂ ਪੰਜਾਬ ਜੇ ਨਜ਼ਾਰੇ ਲੱਭਦੇ ਇੱਥੇ ਨੇ ਨਵਾਬਾਂ ਵਾਂਗੂ ਡੋਰ ਸਭ ਦੇ ਉਹਦੇ ਘੁੱਟ ਜੱਪੀਆਂ ਤੇ ਚਿਹਰੇ ਜਾਂਦੇ ਖਿਲ ਉਹਦੇ ਘੁੱਟ ਜੱਪੀਆਂ ਤੇ ਚਿਹਰੇ ਜਾਂਦੇ ਖਿਲ ਪਿਆਰ ਨਾਲ ਭਰੇ ਨੇ ਪਿਆਰ ਨਾਲ ਭਰੇ ਨੇ ਪੰਜਾਬੀਆਂ ਦੇ ਦਿਲ 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 ਅਈਆ ਪੂਰੀ ਭੁੱਖੇ ਨੇ ਪੰਜਾਬੀ ਪਿਆਰ ਦੇ ਵਾਅਦਿਆਂ ਦੇ ਪੂਰੇ ਪੱਕੇ ਇਕਰਾਰ ਦੇ ਹੋ ਅਈਆ ਪੂਰੀ ਭੁੱਖੇ ਨੇ ਪੰਜਾਬੀ ਪਿਆਰ ਦੇ ਵਾਅਦਿਆਂ ਦੇ ਪੂਰੇ ਪੱਕੇ ਇਕਰਾਰ ਦੇ ਜਾਨਵਾਰ ਦਿੰਦੇ ਤਾਂ ਕਰਦੇ ਨਾ ਢਿੱਲ ਜਾਨਵਾਰ ਦਿੰਦੇ ਤਾਂ ਕਰਦੇ ਨਾ ਢਿੱਲ ਪਿਆਰ ਨਾਲ ਭਰੇ ਨੇ ਪਿਆਰ ਨਾਲ ਭਰੇ ਨੇ ਪੰਜਾਬੀਆਂ ਦੇ ਦਿਲ ਪਿਆਰ ਨਾਲ ਭਰੇ ਨੇ ਪੰਜਾਬੀਆਂ ਦੇ ਦਿਲ ਪਿਆਰ ਨਾਲ ਭਰੇ ਨੇ ਪੰਜਾਬੀਆਂ ਦੇ ਦਿਲ ਪਿਆਰ ਨਾਲ ਭਰੇ ਨੇ ਪਿਆਰ ਨਾਲ ਭਰੇ ਨੇ ਪੰਜਾਬੀਆਂ ਦੇ ਦਿਲ ਗੱਲਾਂ ਦੇ ਗੀਤ ਪ੍ਰੋਗਰਾਮ ਜਾਰੀ ਹੈ ਸਾਡੇ ਕੋਲ ਆਦਰਣੀय ਵਿਨੋਦ ਧੀਰ ਜੀ ਮੌਜੂਦ ਨੇ ਵਿਨੋਦ ਜੀ ਆਕਾਸ਼ਵਾਣੀ ਦੇ ਅਵਾਰਡ ਵੀ ਮਿਲਦੇ ਨੇ ਜੀ ਔਰ ਜਿੱਥੋਂ ਤੱਕ ਮੇਰੀ ਜਾਣਕਾਰੀ ਹੈ ਤੁਹਾਡੇ ਵੀ ਇੱਕ ਨਾਟਕ ਨੂੰ ਅਵਾਰਡ ਮਿਲਿਆ ਸੀ ਜੀ। ਨੈਸ਼ਨਲ ਅਵਾਰਡ ਉਹ ਮੌਕਾ ਕਿੱਦਾਂ ਸੀ ਤੇ ਹੁਣ ਤੱਕ ਕਿੰਨੇ ਅਵਾਰਡ ਤੁਸੀਂ ਸਮਝਦੇ ਹੋ ਵੀ ਉਸ ਨਾਟਕ ਦੀ ਤਰ੍ਹਾਂ ਹੋਰ ਵੀ ਆਏ ਨੇ ਇਹ ਸੱਚੀ ਅੱਛਾ ਗਵਰਨਮੈਂਟ ਦਾ ਸਟੈਪ ਸੀ ਠੀਕ ਹੈ ਇਨਕਰੇਜ ਕਰਨ ਲਈ ਆਰਟਿਸਟ ਨੂੰ 1974 ਦੇ ਵਿੱਚ ਜੀ ਇਨਸੈਪਸ਼ਨ ਹੋਈ ਇਸ ਅਵਾਰਡਸ ਦੀ ਡਿਫਰੈਂਟ ਕੈਟੇਗਰੀਜ਼ ਡਰਾਮਾ ਕੈਟੇਗਰੀ ਮਿਊਜ਼ਿਕ ਕੈਟੇਗਰੀ ਆਪਣਾ ਯੁਵਾਣੀ ਡਿਫਰੈਂਟ ਕੈਟੇਗਰੀਜ਼ ਪ੍ਰਾਈਜ਼ ਹਰ ਸਾਲ ਨੈਸ਼ਨਲ ਪ੍ਰਾਈਜ਼ ਦਿੱਤੇ ਜਾਂਦੇ ਆ ਜੀ ਪ੍ਰੋਡਕਸ਼ਨ ਜਿਹੜੀਆਂ ਕਰਕੇ ਲੋਕ ਭੇਜਦੇ ਆ ਸੈਂਟਰ 'ਚ ਫਿਰ ਉਹ ਜੱਜਿਸ ਬਹੁਤ ਸੇ ਬੁਲਾ ਕੇ ਉਹਨਾਂ 'ਚੋਂ ਦੇਖਦੇ ਕੌਣ ਫਸਟ ਹੈ ਸੈਕੰਡ ਥਰਡ ਜੀ 1974 ਤੋਂ ਲਾ ਕੇ ਅੱਜ ਤੱਕ ਡਰਾਮਾ ਕੈਟੇਗਰੀ ਦੇ ਵਿੱਚ ਜਲੰਧਰ ਸਟੇਸ਼ਨ ਨੂੰ ਇੱਕੋ ਵਾਰੀ ਬੈਸਟ ਆਕਾਸ਼ਵਾਣੀ ਅਵਾਰਡ ਮਿਲਿਆ ਫਸਟ ਆਇਆ 1985 'ਚ ਉਹ ਪਲੇ ਸੀ ਨਵਨਿੰਦਰ ਬੈਲ ਦਾ ਲਿਖਿਆ ਪਲੇ ਸੀ ਕੁਮਾਰ ਸਵਾਮੀ ਬਹੁਤ ਕਾਫੀ ਮਸ਼ਹੂਰ ਪਲੇ ਆ ਆਈ ਪ੍ਰੋਡਿਊਸ ਦੈਟ ਪਲੇ ਮੈਨੂੰ ਇਹ ਕ੍ਰੈਡਿਟ ਹੈ ਮੈਨੂੰ ਬੜੀ ਖੁਸ਼ੀ ਹੈ ਵੀ ਮੈਂ ਇੱਕ ਵਾਰੀ ਜਲੰਧਰ ਦੀ ਪ੍ਰਾਈਜ਼ ਲੈ ਸਕਿਆ ਉਸ ਤੋਂ ਬਾਅਦ 1990 ਦੇ ਵਿੱਚ ਵੀ ਇੱਕ ਪਲੇ ਸੀ ਉਹਦਾ ਵਿਨੋਦ ਸ਼ਾਹੀ ਦਾ ਲਿਖਿਆ ਹੋਇਆ ਉਹਦਾ ਨਾਮ ਪਲੇ ਦਾ ਫਿਰ ਭੁੱਲ ਰਿਹਾ ਮੈਨੂੰ ਉਹ ਸੈਕਿੰਡ ਆਇਆ ਸੀ ਠੀਕ ਹੈ ਸੋ ਇਹ ਇਤਿਹਾਸ ਰਿਹਾ ਔਰ ਤੁਸੀਂ ਇਹਦੇ 'ਚ ਤੁਹਾਨੂੰ ਮਾਣ ਮਿਲਦਾ ਹੈ ਕਿ ਹਾਂ ਮੈਨੂੰ ਬਹੁਤ ਖੁਸ਼ੀ ਹੋਈ ਸੀ ਕਿਉਂਕਿ ਜਲੰਧਰ 'ਚੋਂ ਦੈਟ ਵਾਜ਼ ਅ ਹਿੰਦੀ ਪਲੇ ਔਰ ਲੋਕਾਂ ਦਾ ਕੰਸੈਪਸ਼ਨ ਇਹ ਸੀ ਵੀ ਸ਼ਾਇਦ ਪੰਜਾਬ ਵਾਲੇ ਹਿੰਦੀ ਪਲੇ ਨਹੀਂ ਕਰ ਸਕਦੇ ਬੋਲ ਨਹੀਂ ਸਕਦੇ ਜਦੋਂ ਸੁਰਿੰਦਰ ਸ਼ਰਦ ਸਾਡੇ ਚੀਫ ਪ੍ਰੋड्यूसर ਉਹ ਕਹਿੰਦੇ ਜੋ ਪਲੇ ਹਿੰਦੀ ਦਾ ਆਇਆ ਜਲੰਧਰ से मैं सोच रहा था ਵੀ कैसे होगा ये प्ले तो ਕਹਿੰਦੇ ਦੇਖਿਆ ਮੈਂ ਸੁਣ ਕੇ ਦੇਖਿਆ ਸਭ ਦੇ ਡਿਕਸ਼ਨ ਪ੍ਰੋਨਾਂਸੀਏਸ਼ਨ ਬੜੇ ਵੱਡੇ ਵੱਡੇ ਆਰਟਿਸਟ ਸੀ ਇੱਕ ਡਾਕਟਰ ਸਿਆਲ ਬਹੁਤ ਏ ਕਲਾਸ ਵਾਈਜ਼ ਰਹੇ ਆ ਰੇਡੀਓ ਦੇ ਵੀ ਜੀ ਤੇ ਇੱਥੇ ਆਪਣਾ ਜਿੰਨੇ ਤੁਹਾਡੇ ਮੋਸਟਲੀ ਇੰਗਲਿਸ਼ ਦੇ ਰੂਪ ਆਪਣੇ ਕੀ ਕਹਿੰਦੇ ਰੂਪਕ ਵਗੈਰਾ ਹੋਏ ਆ ਇੱਥੇ ਤੁਹਾਡੇ ਉਹਨਾਂ ਨੇ ਖੁਦ ਲਿਖੇ ਔਰ ਖੁਦ ਬੋਲੇ ਬਹੁਤ ਅੱਛੀ ਇੰਗਲਿਸ਼ ਸੀ ਉਹਨਾਂ ਦੀ ਔਰ ਡਰਾਮੇ ਦੇ ਵੀ ਮਾਸਟਰ ਸੀ ਔਰ ਟ੍ਰੈਜਡੀ ਅੱਜ ਕੱਲ੍ਹ ਵਿਚਾਰੇ ਬਹੁਤ ਬੁਰੀ ਤਰ੍ਹਾਂ ਬਿਮਾਰ ਆ ਉਹਦੀ ਆਵਾਜ਼ ਵੀ ਚਲੀ ਗਈ ਤੇ ਅੱਛਾ ਹੁਣ ਇੱਕ ਨੁਕਤਾ ਤੁਹਾਡੇ ਤੋਂ ਜ਼ਰੂਰ ਪੁੱਛਣਾ ਹੈ ਵੀ ਤੁਸੀਂ ਸਾਡੇ ਕੋਲ ਆਏ ਹੋ ਅੱਜ ਵੀ ਇਹ ਕਿਹਾ ਜਾਂਦਾ ਹੈ ਕਿ ਰੇਡੀਓ ਡਰਾਮਾ ਬੜਾ ਮੁਸ਼ਕਿਲ ਹੈ ਫਿਲਮ ਕਰਨੀ ਵੀ ਆਸਾਨ ਹੈ ਥੀਏਟਰ ਕਰਨਾ ਵੀ ਥੋੜਾ ਉਹਨਾਂ ਔਖਾ ਨਹੀਂ ਹੈ ਟੈਲੀਵਿਜ਼ਨ ਕਰਨਾ ਵੀ ਸੌਖਾ ਪਰ ਰੇਡੀਓ ਕਰਨਾ ਬੜਾ ਮੁਸ਼ਕਿਲ ਹੈ ਇਦਾਂ ਕਿਉਂ ਹੈ
ਤੁਸੀਂ ਵੀ ਜਾਣਦੇ ਹੋ ਵੀ ਉਹਦੇ 'ਚ ਰੇਡੀਓ ਤੁਸੀਂ ਵਾਇਸ ਦੇ ਥਰੂ ਦੱਸਣਾ ਜੋ ਵੀ ਕਹਿਣਾ। ਹੁਣ ਇੱਕ ਬਹੁਤ ਪਤਲਾ ਜਿਹਾ ਆਦਮੀ ਰੋਲ ਕਰ ਰਿਹਾ, ਅਸੀਂ ਉਸ ਸੀਨ ਦਿਖਾ ਰਹੇ ਵੀ ਰੇਲਵੇ 'ਚ ਕੋਈ ਚੜ੍ਹ ਰਿਹਾ ਗੱਡੀ ਰੇਲਵੇ 'ਚ, ਉਹਦਾ ਬੜਾ ਰਸ਼ ਹੈ। ਹੁਣ ਪਤਲਾ ਜਿਹਾ ਆਦਮੀ ਤੁਹਾਨੂੰ ਇਸ ਤਰ੍ਹਾਂ ਆਵਾਜ਼ਾਂ ਕੱਢੂਗਾ, ਸ਼ੋਅ ਕਰੂ, ਤੁਹਾਨੂੰ ਲੱਗੂਗਾ ਬਹੁਤ ਮੋਟਾ ਆਦਮੀ ਲੰਘਿਆ ਨਹੀਂ ਜਾ ਰਿਹਾ ਭੀੜ 'ਚੋਂ। ਉਹ ਇੱਕ ਆਰਟ ਹੈ, ਫਿਰ ਕਰਨਾ ਪੈਂਦਾ। ਹੁਣ ਸਾਡੇ ਕਿਸੇ ਬਾਨੇ 'ਚ ਤਾਲਿਬ ਸਾਹਿਬ ਆਰਟਿਸਟ ਹੁੰਦੇ ਸੀ, ਠੀਕ ਹੈ, ਫੌਜਾ ਸਿੰਘ ਬਣਦੇ ਸੀ ਦਿਹਾਤੀ ਪ੍ਰੋਗਰਾਮ 'ਚ। ਅੱਛਾ। ਉਹ ਲੋਕਾਂ ਨੇ ਸੋਚਣਾ ਫੌਜਾ ਸਿੰਘ ਨਾ ਗੱਲ ਹੋਣਾ ਹੀ ਕੋਈ ਇੱਦਾਂ ਦੀ ਚੀਜ਼। ਉਹ ਦੇਖਣ ਆਏ, ਉਹ ਵਿਚਾਰਾ ਕੋਈ 5 ਫੁੱਟ 5 ਇੰਚ ਦਾ ਪਤਲਾ ਜਿਹਾ ਆਦਮੀ ਸੀ। ਮੇਰੇ ਬਹੁਤ ਮੈਂ ਬੜੀ ਰਿਸਪੈਕਟ ਕਰਦਾ ਸੀ, ਮੇਰੇ ਐਲਡਰ ਸਨ। ਉਹ ਕਹਿੰਦਾ ਇਹ ਫੌਜਾ ਸਿੰਘ, ਮਤਲਬ ਤੁਹਾਡਾ ਜਿਹੜੀ ਕਨਸੈਪਸ਼ਨ ਆਵਾਜ਼ ਸੁਣ ਕੇ ਉਹ ਤੁਹਾਡੀ ਬਦਲ ਜਾਂਦੀ ਸੀ, ਉਹਦੀ ਪਰਸਨੈਲਿਟੀ। ਉਸ ਲਈ ਰੇਡੀਓ 'ਚ ਤੁਹਾਨੂੰ ਬੜੀ ਮਿਹਨਤ ਕਰਨੀ ਪੈਂਦੀ ਹੈ ਥਰੂ ਡਾਇਲੌਗਸ ਓਨਲੀ। ਡਾਇਲੌਗ ਦੇ ਵਿੱਚ ਫਰਕ ਤੁਸੀਂ ਕੋਈ ਜਿਹੜੇ ਆਵਾਜ਼ ਨਾਲ ਕੋਈ ਇਫੈਕਟ ਵੀ ਦਿੰਦੇ ਹੁੰਦਾ, ਇਸ ਵਿੱਚ ਥੋੜ੍ਹਾ ਮੁਸ਼ਕਿਲ ਗਿਰ ਜਾਂਦਾ, ਬਾਕੀ ਸੌਖਾ ਤਾਂ ਕੋਈ ਵੀ ਨਹੀਂ। ਉਹ ਰਾਦਰ ਮੈਂ ਕਹਿੰਦਾ ਰੇਡੀਓ ਇੱਕ ਗੱਲ ਬਹੁਤ ਚੀਜ਼ ਹੈ, ਜਿਹੜੇ ਹੀਰੋ ਬਣਨਾ ਚਾਹੁੰਦੇ ਔਰ ਸ਼ਕਲ ਲਈ ਮੇਰੇ ਵਰਗੀ ਹੈ, ਫਿਰ ਉਹ ਉੱਥੇ ਹੀਰੋ ਬਣ ਜਾਂਦੇ। ਅੱਛਾ, ਹੁਣ ਇਹ ਵੀ ਦੱਸੋ ਕਿ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਕੋਈ ਟਿਪਸ ਵੀ ਦਿਓ ਕਿ ਆਵਾਜ਼ ਦੇ ਨਾਲ ਕਿਸ ਤਰ੍ਹਾਂ ਇੱਕ ਇਨਸਾਨ ਜਿਹੜਾ, ਜਿੱਦਾਂ ਤੁਸੀਂ ਕਿਹਾ ਕਿ ਇੱਕ ਪਤਲਾ ਜਿਹਾ ਇਨਸਾਨ ਵੀ ਦਿਖਾ ਸਕਦਾ ਕਿ ਮੈਂ ਬਹੁਤ ਮੋਟਾ, ਮੇਰੇ ਤੋਂ ਨਿਕਲਿਆ ਨਹੀਂ ਜਾ ਰਿਹਾ, ਜਾਂ ਫੌਜਾ ਸਿੰਘ ਦਾ ਕਿਰਦਾਰ ਵੀ ਨਿਭਾ ਸਕਦਾ ਇੱਕ 5 ਫੁੱਟ 5 ਫਿਟ ਦਾ ਬੰਦਾ ਵੀ। ਇਹ ਆਵਾਜ਼ ਦੀਆਂ ਬਰੀਕੀਆਂ ਦੇ ਵਿੱਚ ਕੁਝ ਐਕਸਰਸਾਈਜ਼ਾਂ, ਕੁਝ ਨੋਟਸ ਜਾਂ ਕੁਝ ਖਾਸ ਟਿਪਸ, ਕਿਉਂਕਿ ਅੱਜ ਤੁਸੀਂ ਆਏ ਹੋ ਸਾਡੇ ਕੋਲ, ਅਤੇ ਮੈਂ ਚਾਹੁੰਦਾ ਕਿ ਸਾਡੇ ਦਰਸ਼ਕ ਜਿੰਨੇ ਨੇ ਉਹਨਾਂ ਨੂੰ ਕੁਛ ਆਪਾਂ ਜ਼ਰੂਰ ਦੱਸੀਏ ਤੁਹਾਡੇ ਖਜ਼ਾਨੇ ਦੇ ਵਿੱਚੋਂ, ਸਮੁੰਦਰ ਹੋ। ਖਜ਼ਾਨੇ ਤਾਂ ਖੈਰ ਸਭ ਕੋਲ ਅੱਜ ਕੱਲ੍ਹ ਬਹੁਤ ਕਾफ़ी ਸਕੂਲ ਖੁੱਲ੍ਹ ਗਏ, और कई ने अपने प्राइवेट ट्रेनिंग सेंटर खोले और काफ़ी कुछ किताबां मिल जाता है, पर वो भी उन्होंने इंप्लीमेंट करना ज़रूरी है। जो सिर्फ पढ़ के सारा ये हैगी एक्सरसाइज नहीं करोगे तो कभी एक्सरसाइज नहीं तुहानू जानते हो नहीं होना। तो वो तुहानू हुण जिद्दां मैं अज तो कोई 20 साल पहले मैं भी काफ़ी बहुत प्ले किए रेडियो से, उस सुन के मैंने नहीं लगता मेरी आवाज़ है, मैं भी हुण बिकॉज ऑफ ओल्ड एज एंड बिकॉज ऑफ सर्टन बैड हैबिट्स मेरी आवाज़ भी थड़कन लग पई। ठीक है, ਉਹਦੇ ਲਈ ਤੁਹਾਨੂੰ ਪ੍ਰੈਕਟਿਸ ਕਰਨੀ ਪੈਂਦੀ ਹੈ। ਉਹਦੇ ਹੁਣ ਮੈਂ ਵੀ ਹਾਲੇ ਫੇਰ ਕਰਦਾ, ਹੁਣ ਸ਼ੁਰੂ ਕੀਤੀ। ਉਹਦੇ ਤੁਸੀਂ ਸਵੇਰੇ ਉੱਠ ਕੇ ਜੇ ਹਿੰਦੀ ਜਾਂ ਪੰਜਾਬੀ ਉਹਨੂੰ ਲਾਊਡ ਰੀਡਿੰਗ ਕਰੋ। ਇਫ ਯੂ ਤੁਹਾਨੂੰ ਉਪਨਿਆਸ ਚੰਗਾ ਲੱਗਦਾ ਉਹ ਕੋਈ ਨਵਾਂ ਲੈ ਲਓ, ਬਹੁਤ ਲਾਊਡਲੀ ਔਰ ਬਹੁਤ ਬੜੀ ਸਾਫ਼ ਸਾਫ਼ ਬੋਲੋ। ਜਿੱਦਾਂ ਉਹਨੇ ਲਿਖਿਆ ਹੋਵੇ, मैं वहाँ गया लेकिन वो मुझे मिली नहीं, मुझे बहुत दुख हुआ, मैं उसे मिलना चाहता था। पूरा ड्रामे मन बोलो लेकिन साफ साफ बोलो, पमा मुँह खोल के। फिर उस बाद एक्सरसाइज है कुछ, जे फर्ज करो तुसी कल्ले चले जाओ किसी जगह बाहर बैठ के, ठीक है, तो आवाज़ की जी थ्रो है उन्होंने कंट्रोल करने लई थल्ले शुरू करो, हाँ 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 ऊपर तक ले जाओ, फिर थोड़ी थल्ले आओ, थोड़ी आवाज़ कंट्रोल हो जाएगी। कई बार कई आर्टिस्ट डायलॉग बोलते हैं पहला इस लेवल से दूजे एकदम अच्छे चले जाते हैं, थोड़ा उन्होंने किस तरह बढ़ाना घटाना है ये आ जाता है। कई होर एक्सरसाइज है पर प्रैक्टिकल हो जाता है। पर अजकल तो आर्टिस्ट कहते ना, कहता वो सर कंप्यूटर च तुसी कर लो जिन्नी वधानी वधा लो। मैनू ये भी कहते अजकल, मैं क्या की बोलिया सी लफ्ज़ कहता गल तो समझ आ गई, मैं गल कहना मैं उर्दू च कहना भी खफा ना हो, कहना मैं खफा कहता तो गल तो पता लग गई मैंने क्यों गुस्से हो रहा है हमारी गल। मैं कह अपने अप्रोच है जी। कुछ लोग समझते हैं मैं जो सीख लिया बहुत चीज़ है, कई साढ़े वर्गे कहते असीं तो एक समुंदर के कंढे ते बह के सिप्पियां चुनते रहे, कुछ किया ही नहीं। कई बंदे पहुँच गए, ये किस बहुत बड़े मैंने पूरी अंग्रेजी उन्होंने बोलिया सी, न्यूटन ने शायद बहुत बड़ा साइंटिस्ट होया, उन्हें कहा भी तुसीं बहुत कुछ कर दिता। कहता नहीं मैंने तो लगता मैं एक समुंदर के कंढे ते खड़े हो, समुंदर का नॉलेज दसो वो कंढे खड़े होकर सिप्पियां इकट्ठे करता रहा, कुछ नहीं किया। इस वास्ते सैटिस्फैक्शन जो आ गई तुसीं फिनिश्ड। ਹੁਣ मैं तुहानूं बोलते बोलते मैं ना कॉन्शियस फील कर रहा बई मैंने कई लफ्ज़ मेरे को साफ बोले नहीं गए, मैं घर जाके मैं कहूँगा भी मैं अगे तो साफ बोलना ही बोलना। ये थोड़ी स्पिरिट होगी तो सीख जाओगे, फिर रहा कोई नहीं। एक मैं थोड़ा तेज़ बोलदा तो मैं डायलॉग सुने होने कितना स्लो बोलदा, जो मैं गल करदा तेज़ बोलदा, ये भी फिर मैनूं किसी बंदे ने समझाना होवे तरीका होंदा। फाकिर साहब कोल मेरे दोस्त सी, मैं एक बार उन्होंने कोल गया, कहते तू आना सी 9 बजे लेट हो गया। मैं जी मैं चलिया मेरा साइकिल पैंचर से, मैं साइकिल पर पैंचर लगा रहा, फिर कुत्ते मगर पै गए, कहते बह जा। मैं कहा कहते हुण दस की होया, मैं समझ गया। वो कहते स्लो बोलिया कर, तो आदत फिर तुहानूं अगर मैनूं रब ने दित्ती स्पीड बोलण दी है, फिर मैं कॉन्शियस होकर स्लो बोलने की कोशिश करता, उन्हें अच्छा हो जाता। ਉਹੀ मैं जब पहला बोल रहा सी, दूसरा वो कहते तो बड़ा ठीक बोल सकता, क्यों तेज़ बोलता है। इन्हां नूं एक तुहाडीआं जिहड़ी बैड हैबिट्स दूर करन दा ਸਿੱਖਣ ਦਾ ਹੋਣਾ ਚਾਹੀਦਾ। ਇੱਕ ਤਾਂ ਅਸੀਂ ਤੁਹਾਡੇ ਕੋਲੋਂ ਹੀ ਅਸੀਂ ਕਹਿ ਲਓ ਵੀ ਸਿੱਖਿਆ ਔਰ ਸੁਣਿਆ ਵੀ ਕੋਈ ਵੀ ਜ਼ੁਬਾਨ ਹੈ, ਵੈਸੇ ਉਰਦੂ ਦੇ ਬਾਰੇ ਕਿਹਾ ਜਾਂਦਾ ਹੈ ਕਿ ਉਰਦੂ ਜ਼ੁਬਾਨ ਆਤੀ ਹੈ आते आते।
फिर ਇਹਦੇ 'ਚ ਵੀ ਕਿ ਇੱਕ ਨੁਕਤੇ ਨੇ ਮਹਿਰਮ ਸੇ ਮੁਜਰਿਮ ਬਣਾ ਦਿਆ। ਸੋ ਇਹ ਨੁਕਤੇ ਦੀ ਸਮਝ ਵੀ ਇੱਕ ਡਾਟ ਦੀ ਵੀ ਵੈਲਿਊ ਹੈ, ਜਿੱਥੇ ਜਗ੍ਹਾ ਹੈ ਸਪੇਸ ਹੈ ਉਹਦਾ ਵੀ ਇੱਕ ਮਤਲਬ ਹੈ, ਤੇ ਜਿੱਥੇ ਸਪੇਸ ਜ਼ਿਆਦਾ ਹੈ ਉੱਥੇ ਉਸ ਸਪੇਸ ਦੇ ਨਾਲ ਵੀ ਤੁਸੀਂ ਕਿੱਦਾਂ ਖੇਡਣਾ ਹੈ। ਹਾਂ, ਹੈ ਨਾ, ਵੀ ਤੁਹਾਡੇ ਸਾਹਾਂ ਦੇ ਨਾਲ ਵੀ ਤੁਸੀਂ ਕੁਝ ਕਹਿ ਰਹੇ ਹੋ ਜਿਹੜਾ ਡਾਇਲੌਗ 'ਚ ਸ਼ਾਇਦ ਲਿਖਿਆ ਨਹੀਂ ਜਾ ਸਕਦਾ, ਪਰ ਤੁਹਾਡੇ ਨਾਲ ਕਹਿੰਦੇ ਉਹਨੂੰ ਮੁਰਦੇ ਲਸਾਂ 'ਚ ਜਾਨ ਪਾਉਣਾ, ਜਿਹਦੇ 'ਚ ਤੁਸੀਂ ਜਾਨ ਹੀ ਦੈਟਸ ਡਰਾਮਾ, ਹੋਰ ਕੀ ਹੈ ਕਿ ਤੁਸੀਂ ਇੱਕ ਜੋ ਡਰਾਮਾ ਕਰਦੇ ਹੋ ਫਸਟ ਗੋ ਥਰੂ ਦਾ ਪੀਸ ਜਿਹੜਾ ਬੋਲਣਾ ਸੀ ਉਹਦੇ ਭਾਵ ਸਮਝ ਆ ਜਾਣੀ ਕੀ ਹੈ, ਫਿਰ ਤੁਸੀਂ ਫੀਲਿੰਗਸ ਥੋੜ੍ਹੀ ਲਿਆਉਣੀ ਹੈ, ਫਿਰ ਜਿਹੜੇ ਉਹਦੇ ਹੈਗੇ ਆ ਰਾਈਟ ਪੌਜ਼ਿਸ ਕਿੱਥੇ ਤੁਸੀਂ ਰੁਕਣਾ, ਕਈ ਵਾਰੀ ਗਲਤ ਜਗ੍ਹਾ ਰੁਕੋ ਮਤਲਬ ਬਦਲ ਜਾਂਦੇ ਤੁਸੀਂ ਸੁਣਿਆ, ਉਸ ਤੋਂ ਬਾਅਦ ਕਿੱਥੇ ਰੁਕਣ ਤੋਂ ਬਾਅਦ ਕਿਹੜੇ ਸਭ ਤੋਂ ਡਰਾਮਾ ਬਣਦਾ ਜ਼ਿਆਦਾ ਕਿਸ ਲਫ਼ਜ਼ 'ਤੇ ਅਸੀਂ ਸਟ੍ਰੈਸ ਪਾਉਣਾ ਜੀ, ਉਹਦੇ 'ਚ ਇੱਕ ਐਸਾ ਲਫ਼ਜ਼ ਸਟ੍ਰੈਸ ਪਾਉਣਾ ਹੁੰਦਾ ਫਿਰ ਬਣਦਾ। हज़ारों ख्वाहिशें ऐसी कि हर ख्वाहिश पे दम निकले, बहुत निकले मेरे अरमान लेकिन फिर भी कम निकले। ਦਿਲ ਤੇ ਕਰਦਾ ਹੈ ਕਿ ਮੈਂ ਵੀ ਤੁਹਾਡੇ ਨਾਲ ਲਗਾਤਾਰ ਇਸ ਤਰੀਕੇ ਨਾਲ ਗੱਲਾਂ ਕਰੀ ਜਾਵਾਂ, ਔਰ ਦਰਸ਼ਕ ਵੀ ਸਾਡੇ ਚਾਹੁੰਦੇ ਹੋਣਗੇ, ਪਰ ਵਕਤ ਜਿਹੜਾ ਨਾ ਉਹ ख्वाहिशां ਦਾ ਗੁਲਾਮ ਨਹੀਂ, ਉਹਨੇ ਆਪਣੇ ਹਿਸਾਬ ਨਾਲ ਚੱਲਣਾ ਹੈ। ਸੋ ਚਲਦੇ ਚਲਦੇ ਸਾਨੂੰ ਹੁਣ ਇਸ਼ਾਰਾ ਹੋ ਰਿਹਾ ਹੈ ਕਿ ਅਸੀਂ ਹੁਣ ਪ੍ਰੋਗਰਾਮ ਨੂੰ ਵਾਈਂਡ ਅਪ ਕਰੀਏ, ਤੇ ਫਿਰ ਇੱਕ ਵਾਰੀ ਤੁਹਾਡੇ ਨਾਲ ਕਿਸੇ ਹੋਰ ਪ੍ਰੋਗਰਾਮ 'ਚ ਕਿਸੇ ਇਸੇ ਤਰੀਕੇ ਨਾਲ ਆਪਾਂ ਉਮੀਦ ਕਰਦੇ ਹਾਂ ਫਿਰ ਸਾਨੂੰ ਤੁਸੀਂ ਸਮਾਂ ਦਿਓਗੇ ਤੇ ਅਸੀਂ ਇਦਾਂ ਹੀ ਢੇਰ ਸਾਰੀਆਂ ਗੱਲਾਂ ਕਰਾਂਗੇ। ਸਮਾਂ ਤਾਂ ਤੁਸੀਂ ਦਿਓਗੇ ਨਾ। ਜੀ ਜੀ, ਅੱਜ ਦੇ ਇਸ ਥੋੜੇ ਜਿਹੇ ਘੱਟ ਹੈ ਮੇਰੇ ਕੋਲ ਸਮਾਂ ਹੀ ਸਮਾਂ ਰਿਟਾਇਰਮੈਂਟ ਤੋਂ ਬਾਅਦ। ਜੀ ਆਪਾਂ ਜ਼ਰੂਰ ਮਿਲਾਂਗੇ, ਫਿਲਹਾਲ ਇਜਾਜ਼ਤ ਲਈਏ ਦਰਸ਼ਕਾਂ ਤੋਂ। ਜੀ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ। ਸ਼ੌਂਕਣ ਮੇਲੇ ਦੀ ਚੰਨਵੇ ਸ਼ੌਂਕਣ ਮੇਲੇ ਦੀ ਚੰਨਵੇ ਸ਼ੌਂਕਣ ਮੇਲੇ ਦੀ ਪੈਰ ਧੋ ਕੇ ਝਾਂਜਰਾਂ ਪਾਉਂਦੀ ਮੇਲ ਦੀ ਆਉਂਦੀ ਬਸ਼ੌਂਕਣ ਚੰਨਵੇ